ਸੋ ਲੂ ਜਿਹੜੀ ਹੈ ਕੋਰੋਨਾ ਤੇ ਮਾਰ ਕਰਦੀ ਹੈ ਕਿ ਨਹੀਂ ਕਰਦੀ, ਬਹੁਤ ਸਾਰੇ ਸਵਾਲ ਨੇ ਔਰ ਸਵਾਲ ਇਹੀ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਕੋਰੋਨਾ ਨੂੰ ਲੈ ਕੇ ਜੋ ਇੱਕ ਅਫਵਾਹ ਕਹਿ ਸਕਦੇ ਆ ਫਿਰ ਜੇ, ਕਿਉਂਕਿ ਸਾਫ਼ ਹੋ ਗਿਆ ਕਿ ਇਸ ਤਰ੍ਹਾਂ ਦਾ ਕੁਝ ਹੈ ਨਹੀਂ, ਪਰ ਇਸ ਤੇ ਚਰਚਾ ਜ਼ਰੂਰ ਬਣਦੀ ਹੈਗੀ ਕਿਉਂਕਿ ਅਜੇ ਵੀ ਲੋਕ ਜਿਹੜੇ ਨੇ ਇਹੀ ਸੋਚ ਰਹੇ ਨੇ ਕਿ ਗਰਮੀ ਜਿਸ ਤਰ੍ਹਾਂ ਦੇ ਨਾਲ ਵੱਧ ਰਹੀ ਹੈ ਤਾਂ ਕੋਰੋਨਾ ਦਾ असर घट जाएगा, कटेगा या नहीं कटेगा। इसलिए मेरे नाल कुछ खास मेहमान चर्चा दे विच मौजूद ने। मनमोहन सिंह मौसम विज्ञानी ने साडे नाल, RS विधि जी डॉक्टर और दलरेज सिंह मुल्तानी सबका सिविल सर्जन साडे नाल चर्चा दे विच मौजूद ने। सब दा बहुत बहुत स्वागत करदी हां। सो मुल्तानी जी, सब तो पहला तुहाडे कोल आना चाहांगी और जो अज दा चर्चा हैगी है इस दे लई शुरुआत च की कुछ कहना चाहुंदे हो? गर्मी दा कोई संपर्क हैगा कोरोना दे नाल घटन या वधन दे विच? देखो इस गल ਨੂੰ ਆਪਾਂ ਮੰਨਣਾ ਪਏਗਾ ਕਿ ਇਹ ਨਵੀਂ जी, ਲੇਕਿਨ ਇੱਕ ਗੱਲ ਪੱਕੀ ਹੋ ਚੁੱਕੀ ਹੈ ਕਿ ਇਹ ਜਿਹੜਾ ਹੈਗਾ ਜੇ ਟੈਂਪਰੇਚਰ ਵਧੇਗਾ ਤਾਂ ਉਹਦੇ ਨਾਲ ਇੱਕਦਮ ਵਾਇਰਸ ਮਰ ਜਾਏਗੀ, ਇਸ ਤਰ੍ਹਾਂ ਤਾਂ ਨਹੀਂ ਹੋਣ ਲੱਗਿਆ। ਲੇਕਿਨ ਕੁਝ ਸੋਸ਼ਲ ਇਸ਼ੂਜ਼ ਹੈਗੇ ਨੇ ਜਿਹਦੇ ਕਰਕੇ ਆਪਾਂ ਨੂੰ ਇਹ ਸੋਚਣਾ ਪਏਗਾ ਕਿ ਜਿਸ ਤਰ੍ਹਾਂ ਹੁਣ ਆਪਣਾ ਲੋਕਡਾਊਨ ਲੱਗਿਆ ਹੋਇਆ, ਲੋਕ ਬਹੁਤ ਹੀ ਸਾਰੀ ਗੱਲ ਤਾਂ ਮੰਨ ਨਹੀਂ ਰਹੇ, ਲੇਕਿਨ ਟੈਂਪਰੇਚਰ ਹੀ ਇੰਨਾ ਹਾਈ ਹੋ ਜਾਏਗਾ ਕਿ ਉਹ ਆਟੋਮੈਟਿਕ ਜਿਹੜਾ ਹੈਗਾ ਉਹ ਲੋਕਡਾਊਨ ਜਿਹੜਾ ਹੈਗਾ ਉਹ अपने आप दोपहर को लोग को बहुत लंबे समय वास्ते बाहर नहीं निकलेंगे। दूसरी गल होएगी कि वो सर्विसेज ਜਿਹੜੀਆਂ ਉਹ ਗਰਮ ਹੋਣਗੀਆਂ, ਜਿੱਥੇ ਆਪਾਂ ਕਹਿੰਦੇ ਆ ਕਿ ਵਾਇਰਸ ਜਿਹੜੀ ਹਵਾ ਰਾਹੀਂ ਨਹੀਂ ਫੈਲਦੀ, ਟੱਚ ਰਾਹੀਂ ਫੈਲਦੀ ਹੈ, ਤਾਂ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਆਟੋਮੈਟਿਕਲੀ ਘਟੇਗੀ। ਪਲੱਸ ਫਿਰ ਆਪਾਂ ਜੀ ਹਾਈਜੀਨ ਦਾ ਖਿਆਲ ਰੱਖਣਾ ਹੈ, ਲੋਕ ਆਟੋਮੈਟਿਕਲੀ ਹੀ ਨਹਾਉਣਗੇ ਵਿੱਚ ਜਿਹੜੀ ਹੈਗੀ ਹੈ। ਸੋ ਇਹ ਕੁਝ ਗੱਲਾਂ ਹੈਗੀਆਂ ਜਿਹੜੀਆਂ ਸੋਸ਼ਲ ਤੌਰ ਤੇ ਆਟੋਮੈਟਿਕਲੀ ਸਾਹਮਣੇ ਆ ਜਾਣਗੀਆਂ ਵਿੱਚ, ਲੇਕਿਨ ਆਪਾਂ ਇਸ ਗੱਲ ਨੂੰ ਕਹਿ ਕੇ ਮੰਨ ਕੇ ਚੱਲੀਏ ਕਿ ਟੈਂਪਰੇਚਰ ਵੱਧ ਗਿਆ ਜੀ ਹੁਣ ਇਸ ਕਰਕੇ ਵਾਇਰਸ ਜਿਹੜੀ ਆਪਣੇ ਆਪ ਮਰ ਜਾਏਗੀ ਤੇ ਸਾਨੂੰ ਕੋਈ ਫਿਕਰ ਨਹੀਂ ਪੈਣ ਵਾਲਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਸਾਇੰਸ ਨੇ ਗੱਲ ਪ੍ਰੂਵ ਕਰਤੀ। ਅਗਰ ਗੱਲ ਕਰੀਏ ਕੁਝ ਅਸਰ ਘਟ ਜਾਂਦਾ ਹੈ, ਇਹ ਜ਼ਰੂਰ ਸੁਣਿਆ, ਜਿਵੇਂ ਇੱਕ ਚੀਜ਼ ਤੇ ਜਿਵੇਂ 72 ਘੰਟੇ ਰਹਿੰਦਾ ਕੋਰੋਨਾ ਵਾਇਰਸ, ਨਹੀਂ ਅਸਰ ਮੈਂ ਤੁਹਾਨੂੰ ਦੱਸਾਂ ਨਾ ਕੁਝ ਘੰਟੇ ਸਟੇ ਕਰੇਗਾ। ਹਾਂਜੀ ਨਹੀਂ ਇਸ ਤਰ੍ਹਾਂ ਨਹੀਂ ਹੈ। ਉਹਦਾ ਅਸਰ ਜਿਹੜਾ ਹੈਗਾ ਨਾ ਉਹਨੂੰ ਆਪਾਂ ਦੂਸਰੇ ਪਾਸੇ ਥੋੜਾ ਸੋਚ ਕੇ ਦੇਖੋ ਨਾ। ਜਿਸ ਤਰ੍ਹਾਂ ਮੈਂ ਕਿਹਾ ਕਿ ਤੁਸੀਂ ਸਰਵਿਸਿਜ਼ ਇੰਨੀਆਂ ਗਰਮ ਹੋਣਗੀਆਂ ਕਿ ਇੱਕ ਤਾਂ ਤੁਸੀਂ ਬਾਹਰ ਹੀ ਨਹੀਂ ਨਿਕਲੋਗੇ, ਇੱਕ ਤੁਸੀਂ ਜਿਹੜਾ ਹੈਗਾ ਉਹ ਉਹਨਾਂ ਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ, ਦੂਸਰਾ ਇਹ ਹੈਗਾ ਕਿ ਹਾਈਜੀਨ ਤੁਸੀਂ ਆਟੋਮੈਟਿਕਲੀ ਜਿਹੜਾ ਹੈਗਾ ਲੋਕ ਨਹਾਉਣਾ ਸ਼ੁਰੂ ਕਰ ਲੈਂਦੇ ਆ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨੂੰ, ਫਿਰ ਹੱਥ ਜਿਹੜੇ ਹੈਗੇ ਆ ਉਹਨਾਂ ਨੂੰ ਬਾਰ-ਬਾਰ ਆਪਣੇ ਪਸੀਨਾ ਆਉਂਦਾ ਤੁਹਾਨੂੰ ਧੋਣ ਤੇ ਜਿਹੜਾ ਹੈਗਾ ਤੁਹਾਡਾ ਮਨ ਕਰਦਾ। ਸੋ ਇਹ ਕੁਝ ਸੋਸ਼ਲ ਗੱਲਾਂ ਨੇ ਜਿਹਦੇ ਕਰਕੇ ਇਹ ਆਪਾਂ ਕਹਿ ਸਕਾਂਗੇ ਕਿ ਇਹ ਪ੍ਰੀਵੈਂਸ਼ਨ ਵਾਲੇ ਪਾਸੇ ਜਿਹੜੀਆਂ ਹੈਗੀਆਂ ਨੇ, ਵਾਇਰਸ ਨਹੀਂ ਮਰੇਗੀ ਲੇਕਿਨ ਪ੍ਰੀਵੈਂਸ਼ਨ ਵਾਲੇ ਪਾਸੇ ਥੋੜਾ ਜਿਹਾ ਸੋਸ਼ਲੀ ਜਿਹੜਾ ਹੈਗਾ ਉਹ ਆਪਾਂ ਨੂੰ ਉਸ ਗੱਲ ਦਾ ਥੋੜਾ ਫਾਇਦਾ ਹੋਣ ਵਾਲਾ ਹੈ ਜੇ ਟੈਂਪਰੇਚਰ ਜਿਹੜਾ ਹੈਗਾ ਇਹ ਵਧਿਆ ਰਹਿੰਦਾ ਹੈ। ਲੇਕਿਨ ਇਸ ਤਰ੍ਹਾਂ ਦੀ ਕੋਈ ਥਿਊਰੀ ਅੱਜ ਤੱਕ, ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਨਵੀਂ ਵਾਇਰਸ ਹੋਣ ਕਰਕੇ ਕਿ ਥਿਊਰੀ ਤਾਂ ਆਈਆਂ ਵੱਖਰੀਆਂ, ਲੇਕਿਨ ਇਸ ਤਰ੍ਹਾਂ ਦੀ ਡਾਇਰੈਕਟ ਕੋਈ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਸਾਇੰਟਿਫਿਕ ਰਿਸਰਚ ਨਹੀਂ ਆ ਰਹੀ ਕਿ ਇਹ ਟੈਂਪਰੇਚਰ ਜ਼ਿਆਦਾ ਹੋ ਗਿਆ, ਅਗਰ ਹਾਂ ਐਟਮੋਸਫੇਅਰ ਦਾ ਟੈਂਪਰੇਚਰ ਜ਼ਿਆਦਾ ਹੋ ਗਿਆ ਤਾਂ ਉਹਦਾ ਵਾਇਰਸ ਘਟ ਜਾਏਗੀ, ਇਸ ਤਰ੍ਹਾਂ ਨਹੀਂ ਹੈ ਕੁਝ ਨਹੀਂ ਹੈਗਾ। ਠੀਕ ਹੈ, ਸੋ ਬੇਦੀ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਜੀ। ਬੇਦੀ ਸਾਹਿਬ, ਤੁਹਾਡੇ ਕੋਲ ਆਉਣਾ ਚਾਹਾਂਗੇ ਤੇ ਕੀ ਕੁਝ ਕਹਿਣਾ ਚਾਹੁੰਦੇ ਹੋ? ਅਗਰ ਕੁਝ ਇਸ ਤਰ੍ਹਾਂ ਦਾ ਨਹੀਂ ਹੈ ਕਿ ਗਰਮੀ ਦੇ ਨਾਲ ਨਹੀਂ ਘਟਦਾ ਤਾਂ ਫਿਰ ਇਹ ਅਜ਼ੰਪਸ਼ਨਸ ਕਿੱਥੋਂ ਆਈਆਂ ਨੇ ਕਿ ਏਸੀ ਦੇ ਵਿੱਚ ਜ਼ਿਆਦਾ ਫੈਲਦਾ ਹੈ ਜਾਂ ਠੰਡ ਦੇ ਵਿੱਚ ਜ਼ਿਆਦਾ ਫੈਲਦਾ ਹੈ? ਕੀ ਕੁਝ ਕਹੋਗੇ ਸ਼ੁਰੂਆਤ 'ਚ? ਬੇਦੀ ਸਾਹਿਬ, ਤੁਹਾਡੇ ਕੋਲ ਆਵਾਜ਼ ਪਹੁੰਚ ਰਹੀ ਹੈ ਮੇਰੀ? ਹਾਂਜੀ, ਤੁਹਾਡੇ ਤੋਂ ਸਵਾਲ ਲਿੱਤਾ ਹੈਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਗਰ ਕੋਰੋਨਾ ਵਾਇਰਸ ਦਾ ਗਰਮੀ, ਕਿਉਂਕਿ ਗੱਲ ਕੀਤੀ ਜਾਵੇ ਮੁਲਤਾਨੀ ਸਾਹਿਬ ਦੀ ਤਾਂ ਉਹ ਕਹਿ ਰਹੇ ਨੇ ਕਿ ਇਸ ਦੇ ਵਿੱਚ ਕੋਈ ਲਿੰਕ ਨਹੀਂ ਹੈਗਾ, ਮੌਸਮ ਦਾ ਸਿੱਧੇ ਤੌਰ ਤੇ ਕੋਈ ਲਿੰਕ ਨਹੀਂ ਹੈ, ਵੈਸੇ ਆਟੋਮੈਟਿਕਲੀ ਜੋ ਐਕਟੀਵਿਟੀਜ਼ ਹੋਣਗੀਆਂ ਉਹ ਕਿਤੇ ਨਾ ਕਿਤੇ ਘੱਟ ਕਰ ਸਕਦੀਆਂ ਨੇ, ਪਰ ਮੌਸਮ ਦੀ ਗੱਲ ਕਰੀਏ ਕੋਰੋਨਾ ਵਾਇਰਸ ਦਾ ਕੋਈ ਆਪਸ ਵਿੱਚ ਸੰਪਰਕ ਨਹੀਂ ਹੈ। ਕੀ ਕੁਝ ਕਹੋਗੇ ਸ਼ੁਰੂਆਤ ਦੇ ਵਿੱਚ? ਤੁਸੀਂ ਬਿਲਕੁਲ ਠੀਕ ਇਹਨਾਂ ਨੇ ਕਿਹਾ ਹੈ। ਜਿੰਨੇ ਵੀ ਹੁਣ ਸਟੱਡੀਜ਼ ਆਈਆਂ, ਲੇਟੈਸਟ ਸਟੱਡੀਜ਼ ਵੀ ਜਿਹੜੀ ਆਈਆਂ ਹੈ ਹਾਂਜੀ ਉਹ ਬੜੀ ਕਲੀਅਰਲੀ ਇਹ ਗੱਲ ਕਰ ਰਹੀ ਹੈ ਕਿ ਅਜੇ ਤੱਕ ਟੈਂਪਰੇਚਰ ਜਿਹੜਾ ਇਨਕਰੀਜ਼ ਹੋਏਗਾ ਉਹਦੇ ਨਾਲ ਕੋਈ ਇਹਦਾ ਰਿਲੇਸ਼ਨਸ਼ਿਪ ਹੈ ਕਿ ਨਹੀਂ ਹੈ, ਇਹ ਬਿਲਕੁਲ ਸਾਬਿਤ ਨਹੀਂ ਹੁੰਦਾ। ਅਗਰ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ ਤੇ ਮਾਰਚ ਵਿੱਚ ਇੰਡੀਆ ਵਿੱਚ ਹੀ ਜਿਹੜਾ ਟੈਂਪਰੇਚਰ ਸੀਗਾ ਅੱਜ ਨਾਲੋਂ ਕਾਫੀ ਘੱਟ ਸੀਗਾ, ਆਲਮੋਸਟ 10 ਡਿਗਰੀਜ਼ ਘੱਟ ਸੀਗਾ, ਬਟ ਹਿੰਦੁਸਤਾਨ ਦੇ ਵਿੱਚ ਵੀ ਅੱਜ ਜਿਹੜਾ ਹੈਗਾ ਕੇਸਿਸ ਜਿਹੜੇ ਨੇ ਮਾਰਚ ਨਾਲੋਂ ਬਹੁਤ ਜ਼ਿਆਦਾ ਨੇ। ਨੰਬਰ 1। ਨੰਬਰ 2, ਅਗਰ ਤੁਸੀਂ ਬ੍ਰਾਜ਼ੀਲ ਤੇ ਦੇਖੋ, ਹੁਣ ਬ੍ਰਾਜ਼ੀਲ ਆਲਮੋਸਟ ਸੈਕੰਡ ਸਪੌਟ ਵਿੱਚ ਆ ਗਿਆ ਹੈ ਵਰਲਡ ਦੇ ਵਿੱਚ, ਔਰ ਉੱਥੇ ਵੀ ਟੈਂਪਰੇਚਰ ਹਾਰਾ ਜੀ। ਸੋ ਸੰਪਰਕ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਜਦੋਂ ਤੱਕ। ਆਈ ਥਿੰਕ ਅਸੀਂ ਇਹ ਗੱਲ ਕਰਨੀ ਕਿ ਟੈਂਪਰੇਚਰ ਇਨਕਰੀਜ਼ ਹੋਣ ਨਾਲ ਕੇਸਿਸ ਘਟ ਜਾਣਗੇ, ਅਸੀਂ ਕੰਪਲੈਸੈਂਟ ਹੋ ਜਾਾਂਗੇ, ਅਸੀਂ
ਬੇਫਿਕਰੇ ਹੋ ਜਾਵਾਂਗੇ ਔਰ ਇਹ ਜਿੰਨਾ ਅਸੀਂ 2 ਮਹੀਨੇ 'ਚ ਆਪਣਾ ਲੌਕਡਾਊਨ ਕਰਕੇ ਇਹਦਾ ਲਾਭ ਉਠਾਇਆ ਹੈ, ਉਹਦੇ ਤੋਂ ਅਸੀਂ ਫਿਰ ਦੁਬਾਰਾ ਵਾਪਸ ਨਾ ਆ ਜਾਈਏ। ਸੋ ਬਿਲਕੁਲ ਇਸ ਬਾਰੇ ਅਸੀਂ ਗੱਲ ਹੀ ਨਹੀਂ ਕਰਨੀ ਚਾਹੁੰਦੇ। ਠੀਕ ਹੈ, ਠੀਕ ਹੈ। ਦੂਸਰੇ ਪਾਸੇ ਸਾਡੇ ਨਾਲ ਮਨਮੋਹਨ ਸਿੰਘ ਜੀ ਵੀ ਮੌਜੂਦ ਨੇ ਜੋ ਕਿ ਮੌਸਮ ਵਿਗਿਆਨੀ ਹੈਗੇ ਨੇ। ਥੋੜਾ ਜਿਹਾ ਤੁਹਾਡੇ ਤੋਂ ਮੌਸਮ ਦਾ ਜੋ ਮਿਜਾਜ਼ ਬਦਲਣ ਵਾਲਾ ਹੈਗਾ ਉਹਦੇ ਬਾਰੇ ਸਮਝਣਾ ਚਾਹਾਂਗੇ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਵੀ ਹੋਇਆ ਸੀਗਾ, ਮਾਰਚ ਦੀ ਗੱਲ ਕਰੀਏ ਤਾਂ ਅੱਜ ਤੋਂ 10 ਡਿਗਰੀ ਟੈਂਪਰੇਚਰ ਘੱਟ ਸੀਗਾ। हाँ जी बिल्कुल जी। जिस तरह इस बार जो मार्च और जो अप्रैल का महीना सी काफी ठंडा गया सी, क्योंकि जो पूरे उत्तर भारत में बारिश वगैरह चलती रही सी। लेकिन अगर असीं देखें तो जो इवन मिड मई तक जो टेंपरेचर है वो ज्यादा नहीं राइज किए थे, लेकिन 15 मई तो बाद जो टेंपरेचर है वो एकदम बढ़ने शुरू होए। अगर हम आपां हुण देखिए ते ਜਿਹੜੇ ਉੱਤਰ ਭਾਰਤ ਦੇ ਜਿਹੜੇ ਸਟੇਟਸ ਹੈਗੇ, ਹਰਿਆਣਾ ਹੈ, ਰਾਜਸਥਾਨ ਹੈ, ਪੰਜਾਬ ਹੈ, ਬਹੁਤ ਸਾਰੀਆਂ ਜਗ੍ਹਾ ਦੇ ਵਿੱਚ ਜੋ ਟੈਂਪਰੇਚਰ ਹੈ वो 40 डिग्री तो ऊपर जा चुके हैं। जो सब तो ज्यादा ਅੱਜ ਟੈਂਪਰੇਚਰ ਹੈ वो ਚੂਰੂ ਵਿੱਚ 47 डिग्री ਰਿਕਾਰਡ ਕੀਤਾ ਗਿਆ। ਤੇ ਇਸ ਤਰ੍ਹਾਂ ਹਿਮਾਚਲ ਦਾ ਵੀ ਅਗਰ ਦੇਖੀਏ ਤਾਂ ਹਿਮਾਚਲ ਦੇ ਵਿੱਚ ਜਿਹੜੇ ਨਿਚਲੇ ਇਲਾਕੇ ਆ ਉਹਨਾਂ ਦੇ ਵਿੱਚ ਵੀ ਟੈਂਪਰੇਚਰ 40 डिग्री ਤੋਂ ਜ਼ਿਆਦਾ ਰਿਹਾ। तो ਟੈਂਪਰੇਚਰ ਜੋ ਹੈ वो ਹੁਣ ਵਧਣਾ ਸ਼ੁਰੂ ਹੋ ਗਏ ਹਨ ਤੇ ਅਗਲੇ ਜੋ ਟੈਂਪਰੇਚਰ ਵੀ ਵਧਣਗੇ। ਸੋ ਟੈਂਪਰੇਚਰ ਦਾ ਇੱਕ ਵੱਡਾ ਜਿਹੜਾ ਮਸਲਾ ਸੀਗਾ ਉਹ ਇਹ ਵੀ ਸੀਗਾ ਕਿਉਂਕਿ ਟਰਾਂਸਪੋਰਟ ਰੁਕ ਗਈ ਸੀ, ਇੰਡਸਟਰੀ ਰੁਕ ਗਈ ਸੀਗੀ, ਉਹਦੇ ਕਰਕੇ ਇਸ ਵਾਰ ਜਿਹੜੀ ਹੈ ਉਹ ਗਰਮੀ ਛੇਤੀ ਨਹੀਂ ਆਈ ਹੈਗੀ। ਕੁੱਲ ਮਿਲਾ ਕੇ ਜੇ ਮੈਂ ਸਿੱਧੀ ਭਾਸ਼ਾ 'ਚ ਗੱਲ ਕਰਾਂ, ਮਈ ਦਾ ਅਖੀਰਲਾ ਸਮਾਂ ਆ ਗਿਆ ਔਰ ਹੁਣ ਸ਼ੁਰੂਆਤ ਹੋਈ ਹੈ ਥੋੜੀ ਗਰਮੀ ਦੀ। ਜੂਨ ਔਰ ਜੁਲਾਈ ਦੀ ਗੱਲ ਕਰੀਏ, ਜੇਕਰ ਲੋਕਡਾਊਨ 'ਚ ਇਸੇ ਤਰ੍ਹਾਂ ਦੇ ਨਾਲ ਰਿਲੈਕਸੇਸ਼ਨ ਰਹਿੰਦੀ ਹੈ ਤਾਂ ਕਿੰਨਾ ਕੁ ਤਾਪਮਾਨ ਜ਼ਿਆਦਾ ਜਾ ਸਕਦਾ ਹੈ? ਜੋ ਆਪਣੇ ਲੋਕਡਾਊਨ ਦੇ ਨਾਲ ਕੋਈ ਜੋ ਟੈਂਪਰੇਚਰ ਦੇ ਵਿੱਚ ਚੇਂਜਸ ਸੀ ਉਹਦਾ ਜ਼ਿਆਦਾ ਫਰਕ ਨਹੀਂ ਸੀਗਾ, ਕਿਉਂਕਿ ਟੈਂਪਰੇਚਰ ਗ੍ਰੈਜੂਅਲੀ ਰਾਈਜ਼ ਹੋ ਰਿਹਾ ਸੀਗਾ। ਬਿਲਕੁਲ ਜਿਹੜਾ ਮਾਈਨਰ ਹੈ ਉਹਦਾ ਅਸਰ ਸੀ, ਲੇਕਿਨ ਜੋ ਜਿਸ ਤਰ੍ਹਾਂ ਮੈਂ ਦੱਸਿਆ ਕਿ WD ਵੈਸਟਰਨ ਡਿਸਟਰਬੈਂਸ ਆਂਦੀ ਰਹੀ ਤਾਂ ਬਾਰਿਸ਼ ਵਗੈਰਾ ਚੱਲਦੀ ਰਹੀ, ਜਿਹਦੀ ਵਜ੍ਹਾ ਨਾਲ ਟੈਂਪਰੇਚਰ ਜੋ ਹੈ ਉਹ ਨਹੀਂ ਵਧੇ ਸੀ। ਲੇਕਿਨ ਹੁਣ ਇੱਕ ਤਰ੍ਹਾਂ ਦਾ ਜੋ ਵੈਦਰ ਵੀ ਕਲੀਅਰ ਚੱਲ ਰਿਹਾ ਹੈ ਔਰ ਪਲੱਸ ਲੋਕਡਾਊਨ ਵੀ ਜੋ ਖਤਮ ਹੋ ਗਿਆ ਤਾਂ ਪੋਲਿਊਸ਼ਨ ਦਾ ਲੈਵਲ ਹੈ ਉਹ ਵੀ ਥੋੜਾ ਵੱਧ ਗਿਆ ਹੈ ਤੇ ਉਹਦੇ ਕਾਰਨ ਵੀ ਜਿਹੜਾ ਟੈਂਪਰੇਚਰ ਹੈ ਉਹ ਥੋੜਾ ਜ਼ਿਆਦਾ ਨੈਚੁਰਲੀ ਥੋੜਾ ਵਧੇਗਾ, ਫਰਕ ਪੜੇਗਾ। ਲੇਕਿਨ ਜਿਹੜਾ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨ ਆਂਦੀ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ। ਤੇ ਲੇਕਿਨ ਅਗਰ अपने 15 मई तक जो टेम्परेचर, क्योंकि जो मानसून है वो जून ਦੇ ਵਿੱਚ ਆਂਦਾ ਹੈ ਤਾਂ ਜੂਨ ਮਹੀਨੇ ਤੱਕ ਜੋ ਟੈਂਪਰੇਚਰ ਹੈ, ਜੋ ਤਾਪਮਾਨ ਹੈ वो पूरे उत्तर भारत ਵਿੱਚ ਤਾਂ ਵਧਦੇ ਰਹਿਣਗੇ और पूरे कंट्री ਦੇ ਵਿੱਚ ਵੀ बहुत सारी जगह जो है वो अजे लू चल रही है, टेम्परेचर जो वो काफी नॉर्मल तो जो ज्यादा चल रहे हैं। ठीक है मुल्तानी साहब, एक तो जिक्र किया है मनमोहन सिंह जी ने कि सब तो वड्डी गल लॉकडाउन का या फिर जो इंडस्ट्री बंद रही, गड्डियां कारां बंद रही, धुआं नहीं आया या पोल्यूशन नहीं होया, उसका कोई असर नहीं है। पहली गल तो इन्हां दा यह कहना है ना मात्र जिहा हैगा। इस दे विच तुहानूं की लगदा है किन्नी सच्चाई हैगी है? दूसरा मसला ये हैगा कि जो बाकी कंट्रीज़ की गल करिए तो उत्थे ठंड दे मौसम ज़्यादा रहिंदा है। अगर मुकाबले वजों इंडिया की गल करते हैं, यही मनना हैगा आम लोगों की, मैं सोच की गल करा कि ताइयों उत्थे ज़्यादा फैलाव होया है कोरोना का, क्योंकि अमेरिका की गल करिए, कनेडा की किसी भी कंट्री की गल कर लेने। हाँ जी, नहीं 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 ਇਹ ਇੱਕ ਗਲਤ ਧਾਰਨਾਵਾਂ ਹੈਗੀ ਹੈ ਜੇ ਸ਼ਾਇਦ ਆਪਣੇ ਪਹਿਲਾਂ ਵੀ ਆਪਾਂ ਸਟੂਡੀਓ 'ਚ ਬੈਠ ਕੇ ਇਸ ਗੱਲ ਤੇ ਬਹੁਤ ਵੱਡੀ ਡਿਸਕਸ਼ਨ ਹੋਈ। ਜਿਹੜਾ ਪਹਿਲਾ ਪਾਰਟ ਹੈ, ਤੁਸੀਂ ਇਹ ਗੱਲ ਨੂੰ ਆਪਾਂ ਥੋੜਾ ਜਿਹਾ ਤਾਂ ਮੰਨਣਾ ਪਏਗਾ ਕਿ ਪੋਲੂਸ਼ਨ ਜਿਹੜਾ ਹੈਗਾ ਹੁਣ ਘਟਿਆ ਤਾਂ ਉਸ ਦੇ ਨਾਲ ਟੈਂਪਰੇਚਰ ਜਿਹੜਾ ਹੈਗਾ ਮੇਨਟੇਨੈਂਸ, ਜਿਸ ਤਰ੍ਹਾਂ ਸਰਦਾਰ ਮੋਹਨ ਸਿੰਘ ਉਹਨਾਂ ਨੇ ਕਿਹਾ ਕਿ ਇਹ ਗੱਲ ਠੀਕ ਹੈਗੀ ਹੈ ਕਿ ਮਾਈਨਰ ਜੀ ਚੇਂਜਸ ਜਿਹੜੀਆਂ ਹੈਗੀਆਂ ਆਈਆਂ ਨੇ, ਲੇਕਿਨ ਇਸ ਟਾਈਮ ਦੇ ਉੱਤੇ ਆ ਕੇ ਟੈਂਪਰੇਚਰ ਵੱਧ ਜਾਂਦਾ ਜਿਸ ਤਰ੍ਹਾਂ ਹੁਣ ਵੱਧ ਚੁੱਕਿਆ ਵਿੱਚ। ਇਹ ਤਾਂ ਸਾਈਕਲਿਕ ਚੇਂਜਸ ਹੈਗੀਆਂ ਨੇ, ਕਿਉਂਕਿ ਇਹਦਾ ਡਾਇਰੈਕਟ ਜਿਹੜਾ ਹੈਗਾ ਆਪਾਂ ਇਹ ਗੱਲ ਕਹੀਏ ਕਿ ਲੋਕਡਾਊਨ ਨਾਲ ਹੀ ਹੋਇਆ, ਇਸ ਤਰ੍ਹਾਂ ਤਾਂ ਹੈ ਨਹੀਂ। ਟੈਂਪਰੇਚਰ ਵੇਰੀਏਸ਼ਨਸ ਹਮੇਸ਼ਾ ਪਿਛਲੇ ਸਾਲਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਕਈ ਵਾਰੀ ਫਰਵਰੀ 'ਚ ਟੈਂਪਰੇਚਰ ਆਣ ਕੇ ਰਾਈਜ਼ ਹੋਣ ਲੱਗ ਜਾਂਦਾ, ਕਦੀ ਮਾਰਚ 'ਚ ਹੋਇਆ, ਕਦੀ ਅਪ੍ਰੈਲ 'ਚ ਹੋਇਆ। ਇਹ ਤਾਂ ਸਾਰੀਆਂ ਸਾਈਕਲ ਚੇਂਜਸ ਨੇ, ਇਹਦਾ ਆਪਾਂ ਡਾਇਰੈਕਟ ਇਫੈਕਟ ਨਹੀਂ ਕਹਿ ਸਕਦੇ। ਲੇਕਿਨ ਸਭ ਤੋਂ ਚੰਗੀ ਗੱਲ ਜਿਹੜੀ ਹੈਗੀ ਆ ਉਹ ਜ਼ਰੂਰ ਹੋਈ ਹੈ ਕਿ ਪੋਲੂਸ਼ਨ ਜ਼ਰੂਰ ਘਟਿਆ। ਹਾਂਜੀ, ਤੇ ਉਹਦਾ ਲੋਕਡਾਊਨ ਦਾ ਜਿਹੜਾ ਜਿਸ ਤਰ੍ਹਾਂ ਤੁਸੀਂ ਲੋਕਡਾਊਨ ਦਾ ਸਵਾਲ ਪੁੱਛਿਆ ਵੀ ਲੋਕਡਾਊਨ ਦੇ ਨਾਲ ਚਾਹੇ ਉਹ ਲੋਕਾਂ ਨੇ ਉਸ ਨੂੰ ਐਕਸੈਪਟ ਕੀਤਾ ਜਾਂ ਨਹੀਂ ਕੀਤਾ, ਕਰੋਨਾ ਦੀ ਬਿਮਾਰੀ ਕਰਕੇ ਸਰਕਾਰ ਨੂੰ ਕਰਨਾ ਪਿਆ, ਲੇਕਿਨ ਪੋਲੂਸ਼ਨ ਕੰਟਰੋਲ ਕਾਫੀ ਜ਼ਿਆਦਾ ਹੋਇਆ। ਮੈਨੇ ਧਰਤੀ ਜਿਹੜੀ ਹੈਗੀ ਹੈ ਉਹ ਸਾਫ਼ ਦੇਖੀ ਹੈ, ਹਵਾ ਸਾਫ਼ ਦੇਖੀ ਹੈ, ਜਾਨਵਰ ਜਿਹੜੇ ਹੈਗੇ ਨੇ ਉਹ ਬਾਹਰ ਦੇਖੇ ਹੈ, ਪਾਣੀ ਸਾਫ਼ ਦੇਖਿਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਟਰ ਕਰਦੀਆਂ ਨੇ ਬਹੁਤ ਜ਼ਿਆਦਾ ਇਸ ਗੱਲ ਵਾਸਤੇ ਕਿ ਆਪਾਂ ਨੂੰ ਘੱਟੋ ਘੱਟ এনवायरमेंट ਜਿਹੜਾ ਹੈਗਾ ਉਹ ਸਾਫ਼ ਤਾਂ ਮਿਲਿਆ ਔਰ ਉਸ ਦਾ ਇਫੈਕਟ ਜਿਹੜਾ ਸਿੱਧਾ ਜਿਹੜਾ ਹੈਗਾ ਬਾਡੀ ਦੀ ਇਮਿਊਨਿਟੀ, ਜਿਹੜੀ ਆਪਾਂ ਵਰਡ ਯੂਜ਼ ਕਰਦੇ ਆ ਕਿ ਅਗਰ ਪੋਲੂਸ਼ਨ ਨਹੀਂ ਹੈ ਤਾਂ ਤੁਹਾਡੀ ਬਾਡੀ ਦੀ ਇਮਿਊਨਿਟੀ ਜਿਹੜੀ ਹੈਗੀ ਆ ਉਹ ਜ਼ਿਆਦਾ ਵਧੀਆ ਰਹਿੰਦੀ ਹੈ। ਲੇਕਿਨ ਇਹ ਗੱਲ ਜਿਹੜੀ ਦੂਸਰਾ ਪਾਰਟ ਤੁਸੀਂ ਕਿਹਾ ਕਿ ਜਿਹੜਾ
ਫੋਰਨ ਕੰਟਰੀਜ਼ ਦੇ ਵਿੱਚ ਟੈਂਪਰੇਚਰ ਘੱਟ ਰਹਿੰਦਾ ਹੈ। ਇਹ ਗੱਲ ਆਪਾਂ ਯੂਰਪ ਦੀ ਗੱਲ ਕਰੀਏ ਜਾਂ ਅਮਰੀਕਾ ਦੀ ਗੱਲ ਕਰੀਏ, ਟੈਂਪਰੇਚਰ ਘੱਟ ਰਹਿੰਦਾ ਹੈ, ਲੇਕਿਨ ਉੱਥੇ ਕੇਸਿਸ ਜ਼ਿਆਦਾ ਹੈਗੇ ਨੇ ਤੇ ਇੰਡੀਆ 'ਚ ਕੇਸਿਸ ਘੱਟ ਹੈਗੇ ਨੇ। ਇਹ ਇਸ ਦਾ ਟੈਂਪਰੇਚਰ ਨਾਲ ਸੰਬੰਧ ਨਹੀਂ ਹੈ। ਮੈਂ ਪਹਿਲਾਂ ਇਹ ਗੱਲ ਕਹੀ ਸੀ ਕਿ ਆਪਾਂ ਨੂੰ ਪਹਿਲਾਂ ਬਿਮਾਰੀ ਨੂੰ ਸਮਝਦੇ ਹੋਏ ਕਿਉਂਕਿ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਹੈਗਾ ਔਰ ਬੇਦੀ ਸਾਹਿਬ ਵੀ ਕਹਿ ਰਹੇ ਨੇ, ਮਤਲਬ ਅਚੰਭਾ ਹੁੰਦਾ ਹੈ ਕਿਉਂਕਿ ਅਗਰ ਮੈਂ 2 ਮਹੀਨੇ ਪਹਿਲਾਂ ਆਪਣੀ ਡਿਬੇਟ ਦੀ ਗੱਲ ਕਰਾਂ ਜਾਂ ਜ਼ਿਕਰ ਦੀ ਗੱਲ ਕਰਾਂ, ਮੈਂ ਖੁਦ ਡਾਕਟਰਸ ਨਾਲ ਡਿਬੇਟ ਕੀਤੀ, ਉਹ ਖੁਦ ਕਹਿ ਰਹੇ ਸੀਗੇ ਕਿ ਇਹਦਾ ਅਸਰ ਘਟੇਗਾ ਜਦੋਂ ਗਰਮੀ ਵਧੇਗੀ। ਮਤਲਬ ਉਦੋਂ ਪਰਸੈਪਸ਼ਨ ਕੁਝ ਹੋਰ ਸੀ ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਦਵਾਈ ਤੇ ਐਕਸਪੈਰੀਮੈਂਟਸ ਚੱਲ ਰਹੇ ਨੇ ਤਾਂ ਵੈਦਰ ਨੂੰ ਲੈ ਕੇ ਵੀ ਐਕਸਪੈਰੀਮੈਂਟ ਹੀ ਕੀਤਾ ਗਿਆ। ਨਹੀਂ ਦੇਖੋ, ਇੱਕ ਗੱਲ ਤਾਂ ਆਪਾਂ ਬਾਰ-ਬਾਰ ਇਹੀ ਗੱਲ ਕਹਿੰਦੇ ਆ ਕਿ ਨਵੀਂ ਵਾਇਰਸ ਹੋਣ ਕਰਕੇ ਕੋਈ ਕਨਫਰਮਡ ਥਿਊਰੀ ਜਿਹੜੀ ਹੈਗੀ ਆ ਉਹ ਅਜੇ ਤੱਕ ਨਹੀਂ ਡਿਵੈਲਪ ਹੋ ਸਕੀ ਕਿ ਇਹ ਕਿੰਨੇ ਡਿਗਰੀ ਟੈਂਪਰੇਚਰ ਤੇ ਅਗਰ ਆਪਾਂ ਇਹਨਾਂ ਨੂੰ ਬਾਹਰ ਸਪਲਾਈ ਕਰਦੇ ਆ ਤਾਂ ਕਿੰਨੇ ਡਿਗਰੀ ਤੇ। ਲੇਕਿਨ ਮੋਟੇ ਜਿਹੇ ਤੌਰ ਤੇ ਇਹ ਗੱਲ ਜ਼ਰੂਰ ਆਉਂਦੀ ਸੀ ਕਿ ਇਹ ਵਾਇਰਸ ਜਿਹੜੀ ਹੈਗੀ ਆ ਟੈਂਪਰੇਚਰ ਦੇ ਨਾਲ ਕੋਈ ਬਹੁਤਾ ਅਸਰ ਨਹੀਂ ਇਸ ਗੱਲ ਦਾ ਹੈਗਾ। ਔਰ ਆਪਾਂ ਨੂੰ ਦੇਖੋ ਨਾ, ਜੇ ਬਾਡੀ ਦੇ ਵਿੱਚ ਜਦੋਂ ਇਹ ਫੈਲਦੀ ਹੈ ਨੱਕ, ਕੰਨ, ਆਪਣਾ ਅੱਖਾਂ ਤੇ ਮੂੰਹ ਰਾਹੀਂ ਫੈਲਦੀ ਹੈ, ਤੇ ਇਹ ਜਿਹੜਾ ਟੈਂਪਰੇਚਰ ਹੈਗਾ ਨਾਰਮਲ ਜਿਹੜਾ ਹੈਗਾ ਉਹ ਜਿਵੇਂ ਬਾਹਰ ਟੈਂਪਰੇਚਰ ਹੁੰਦਾ ਐਕਸਟਰਨਲ, ਉਸ ਦਾ ਟੈਂਪਰੇਚਰ ਇਹਨਾਂ ਤਿੰਨਾਂ ਥਾਵਾਂ ਤੇ ਐਗਜ਼ਿਸਟ ਕਰਦਾ ਹੈ। ਇਹ ਗੱਲ ਥੋੜਾ ਜਿਹਾ ਜ਼ਰੂਰ ਸ਼ੁਰੂ ਚ ਇੱਕ ਵਾਲੇ ਇਹ ਗੱਲ ਜ਼ਰੂਰ ਆਈ ਸੀ ਕਿ ਜਿਸ ਤਰ੍ਹਾਂ ਜ਼ੁਕਾਮ ਆਪਾਂ ਪਹਿਲਾਂ ਜਿਹੜੀ ਸਭ ਤੋਂ ਪਹਿਲਾਂ ਥਿਊਰੀ ਆਈ ਸੀ ਕਿ ਨੱਕ ਰਾਹੀਂ, ਅੱਖ ਰਾਹੀਂ ਤੇ ਮੂੰਹ ਰਾਹੀਂ ਇਹ ਫੈਲ ਕੇ ਤੇ ਫੇਫੜਿਆਂ ਨੂੰ ਇਫੈਕਟ ਫੈਲਦਾ ਹੈ, ਤੇ ਉਹਦੇ ਚ ਆਪਾਂ ਸਟਾਰਟ ਕੀਤਾ ਸੀਗਾ ਕਿ ਇਹ ਫਲੂ ਲਾਈਕ ਹੈਗੀ ਹੈ ਜਿਸ ਵਿੱਚ ਆਮ ਜ਼ੁਕਾਮ ਦੀ ਤਰ੍ਹਾਂ, ਆਮ ਫਲੂ ਦੀ ਤਰ੍ਹਾਂ ਹੁੰਦਾ ਹੈ। ਤਾਂ ਉਹਦੇ ਵਿੱਚ ਇੱਕ ਥਿਊਰੀ ਜ਼ਰੂਰ ਥੋੜੀ ਰਿਸਰਚ ਵਾਲਾ ਪਾਰਟ ਆਇਆ ਸੀਗਾ ਕਿ ਜੇ ਆਪਾਂ ਡਰਾਈ ਹੀਟ ਲੈਂਦੇ ਆ ਤਾਂ ਉਹਦੇ ਨਾਲ ਥੋੜਾ ਵਾਇਰਸ ਜਿਹੜੀ ਹੈਗੀ ਆ ਉਹਦਾ ਫਲਾਅ ਘਟ ਜਾਂਦਾ ਹੈ। ਜਿਵੇਂ ਆਪਾਂ ਡਰਾਈ ਹੀਟ ਦੀ ਜਦੋਂ ਆਪਾਂ ਗੱਲ ਕਰਦੇ ਆ, ਜਿਵੇਂ ਆਪਾਂ ਨੋਟ ਕਹਿੰਦੇ ਸਟੀਮ ਲੈਣੀ ਹੈ, ਸਟੀਮ ਨਹੀਂ, ਸਟੀਮ ਦੀ ਬਜਾਏ ਇਹ ਸੀਗਾ ਕਿ ਸਟੀਮ ਦੀ ਬਜਾਏ ਤੁਸੀਂ ਡਰਾਈ ਹੀਟ ਲਓ, ਦੈਟ ਇਜ਼ ਬੈਟਰ। ਫਿਰ ਆਪਾਂ ਉਹਨੂੰ ਵੈਦਰ ਨਾਲ ਕਿਉਂ ਨਹੀਂ ਕੰਸਰਨ ਕਰ ਪਾ ਰਹੇ? ਮੁਲਤਾਨੀ ਸਾਹਿਬ, ਠੀਕ ਹੈ, ਮੈਂ ਬੇਦੀ ਸਾਹਿਬ ਕੋਲ ਜਾਣੀ ਆ, ਉਸ ਤੋਂ ਬਾਅਦ ਮੈਂ ਆਣੀ ਆ ਤੁਹਾਡੇ ਕੋਲ, ਥੋੜਾ ਜਿਹਾ ਮੈਂ ਉਹਨਾਂ ਤੋਂ ਉਸ ਲਹਿਜ਼ੇ ਦੇ ਨਾਲ ਸਮਝਾਂਗੀ। ਹਾਂਜੀ ਬੇਦੀ ਸਾਹਿਬ, ਅਗਰ ਗੱਲ ਕਰੀਏ ਕਫ ਹੁੰਦਾ ਹੈ, ਖੰਘ ਜ਼ੁਕਾਮ ਹੁੰਦਾ ਹੈ, ਜਾਂ ਫਿਰ ਅਗਰ ਛਿੱਕਾਂ ਦੀ ਗੱਲ ਕਰਦੇ ਹਾਂ ਤਾਂ ਠੰਡੀਆਂ ਚੀਜ਼ਾਂ ਖਾਣ ਲਈ ਮਨਾਹੀ ਹੈਗੀ ਹੈ। ਕਰੋਨਾ ਵਾਇਰਸ ਨੂੰ ਅਗਰ ਅਸੀਂ ਆਪਣੇ ਤੋਂ ਦੂਰ ਕਰਨਾ, ਫ੍ਰਿਜ ਦਾ ਪਾਣੀ ਤਾਂ ਜ਼ਹਿਰ ਕਿਹਾ ਜਾ ਰਿਹਾ ਹੈ, ਸੋ ਉਸ ਨੂੰ ਵੇਖਦੇ ਹੋਏ ਕਿਉਂ ਅਸੀਂ ਇਹਨੂੰ ਜੋੜ ਨਹੀਂ ਪਾ ਰਹੇ ਵੈਦਰ ਦੇ ਨਾਲ? ਜਾਂ ਠੰਡ ਦੇ ਵਿੱਚ ਜੇ ਜ਼ਿਆਦਾ ਹੋ ਰਿਹਾ ਤਾਂ ਗਰਮੀ 'ਚ ਕਿਉਂ ਨਹੀਂ ਘਟੇਗਾ? ਮਤਲਬ ਥੋੜਾ ਜਿਹਾ ਮੈਂ ਸਮਝਣਾ ਚਾਹਾਂਗੀ, ਦਰਸ਼ਕਾਂ ਨੂੰ ਵੀ ਸਮਝਾਉਣਾ ਚਾਹਾਂਗੀ। ਤੁਸੀਂ ਮੈਂ ਦੇਖੋ ਇਸ ਤਰ੍ਹਾਂ ਹੈਗਾ ਕਿ ਵੀ ਅਸੀਂ ਵੀ ਵਿਸ਼ ਕਿ ਵੀ ਇਹ ਗਰਮੀ ਦੇ ਨਾਲ ਇਹ ਘਟ ਜਾਏ। ਠੀਕ ਹੈ, ਇਹ ਹਰ ਇਨਸਾਨੀ ਫਿਤਰਤ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹ ਹੋ ਜਾਏ। ਵੀ ਹੋਪ ਫॉर ਦਿਸ, ਬਟ ਇਹ ਵਾਇਰਸ ਇੰਨਾ ਨਇਆ ਹੈਗਾ ਕਿ ਇਹ ਰੋਜ਼ ਸਾਨੂੰ ਕੋਈ ਨਈ ਸਿੱਖਿਆ ਦੇ ਕੇ ਜਾ ਰਿਹਾ ਹੈ। ਔਰ ਅਜੇ ਤੱਕ ਦੇਖ ਰਹੇ ਹੋ ਕਿ ਅਸੀਂ ਕਿੰਨੀ ਤਰ੍ਹਾਂ ਦੀਆਂ ਦਵਾਈਆਂ ਵੀ ਇਹਦੇ ਵਾਸਤੇ ਇਜਾਦ ਕੀਤੀਆਂ ਨੇ। ਕਦੀ ਕਹਿੰਦੇ ਨੇ ਕਿ ਉਹ ਕਲੋਰੋਕਿਨ ਦੇਖ ਲਓ, HCQ ਦੇਖ ਲਓ, ਹੋਰ ਆਈਵਰਮੈਕਟਿਨ ਦੇਖ ਲਓ, ਹੋਰ ਵੀ ਕਈ ਦਵਾਈਆਂ ਨੇ। ਤੋ ਇਹ ਜਿਹੜੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਦਿਸ ਵਾਇਰਸ ਇਜ਼ ਵੈਰੀ ਨਿਊ। ਹਾਂਜੀ, ਸੋ ਜੇ ਅਸੀਂ ਇਹ ਸੋਚੀਏ ਕਿ ਅੱਜ ਮੈਂ ਜਾਂ ਕੋਈ ਵੀ ਸਟੱਡੀ ਦੱਸ ਪਾਏਗੀ ਕਿ ਇਹਦਾ ਪ੍ਰਭਾਵ ਜਿਹੜਾ ਹੈਗਾ ਗਰਮੀਆਂ ਜਾਂ ਜਦੋਂ ਮੌਸਮ ਜਿਹੜਾ ਹੈਗਾ ਜ਼ਿਆਦਾ ਗਰਮ ਹੋਏਗਾ ਉਹ ਕੀ ਹੋਏਗਾ, I don't think we should wait for that. We should hope for the best, but at the same time lockdown ਜਿਹੜਾ ਹੈਗਾ ਉਹ ਹੌਲੇ-ਹੌਲੇ ਉਹ ਰਿਲੈਕਸ ਕਰ ਰਹੇ ਹੈ। ਔਰ ਇਸ ਟਾਈਮ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨਾਲ ਕਿ ਆਪਣੇ ਆਪ ਨੂੰ ਰਿਲੈਕਸ ਨਹੀਂ ਕਰਨਾ, ਲੋਕਡਾਊਨ ਰਿਲੈਕਸ ਹੋ ਜਾਏ, ਬਟ ਆਪਣੀ ਜਿਹੜੇ ਜਿਹੜੇ ਡਾਕਟਰ ਮੁਲਤਾਨੀ ਨੇ ਵੀ ਦੱਸੇ ਨੇ, ਬਾਕੀ ਲੋਕ ਜਿਹੜੇ ਦੱਸਦੇ ਨੇ, ਉਹਨਾਂ ਇਤਿਹਾਸਾਂ 'ਚ ਕੋਈ ਕਮੀ ਨਹੀਂ ਕਰਨੀ। ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ 2 ਮਹੀਨੇ ਦੀ ਜਿਹੜੀ ਅਸੀਂ ਇਹ ਤਪੱਸਿਆ ਜਿਹੜੀ ਅਸੀਂ ਕੀਤੀ ਹੈ ਉਹਨੂੰ ਅਸੀਂ ਅਗਲੇ 15-20 ਦਿਨਾਂ 'ਚ ਮਹੀਨੇ 'ਚ ਖਰਾਬ ਕਰ ਦਿੱਤੀ। ਠੀਕ ਹੈ, ਠੀਕ ਹੈ ਬੇਦੀ ਸਾਹਿਬ, ਠੀਕ ਹੈ। ਮੁਲਤਾਨੀ ਸਾਹਿਬ, ਅਗਰ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਤੁਸੀਂ ਜ਼ਿਕਰ ਕਰ ਵੀ ਰਹੇ ਸੀਗੇ, ਸੋ ਬੇਦੀ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਹੋਪ ਹੈ, ਮਤਲਬ ਇੱਕ ਅਸੀਂ ਉਮੀਦ ਹੀ ਲਗਾ ਕੇ ਚੱਲ ਸਕਦੇ ਹਾਂ, ਹਜੇ ਕੁਝ ਕਿਹਾ ਨਹੀਂ ਜਾ ਸਕਦਾ। ਜਿਸ ਤਰ੍ਹਾਂ ਦੇ ਨਾਲ ਕੋਈ ਦਵਾਈ ਦਾ ਇਹਦਾ ਪੱਕਾ ਸੈਟਅਪ ਨਹੀਂ ਹੈਗਾ, ਜਾਂ ਫਿਰ ਮੌਸਮ ਦੀ ਵੀ ਅਸੀਂ ਕੋਈ ਮਤਲਬ ਨਹੀਂ ਕਹਿ ਸਕਦੇ, ਪੁਸ਼ਟੀ ਨਹੀਂ ਕਰ ਸਕਦੇ। ਨਹੀਂ, ਪਰ ਕੁਝ ਗੱਲਾਂ ਤਾਂ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਬਾਰ-ਬਾਰ ਵਿੱਚ ਆ ਰਹੀਆਂ ਨੇ, ਉਹਨਾਂ ਨੂੰ ਆਪਾਂ ਨੂੰ ਸਮਝਣਾ ਤਾਂ ਪਏਗਾ ਹੀ ਨਾ। ਲੋਕਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਪਏਗਾ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜੇ ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ, ਤੁਸੀਂ ਜੇ ਅੱਜ ਦੇ ਸਟੈਟਿਕਸ ਵੀ ਦੇਖੋ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਹੁਣ ਦੀ ਕੜੀ ਐਕਟਿਵ ਕੇਸ ਕੰਪੈਰੇਟਿਵਲੀ ਬਹੁਤ ਘੱਟ ਨੇ।
ਔਰ ਸ਼ਾਇਦ ਮੈਂ ਪਹਿਲਾਂ ਵੀ ਇਹ ਗੱਲ ਡਿਸਕਸ਼ਨ ਦੇ ਸੀਗਾ ਕਿ ਪੰਜਾਬ ਦੇ ਵਿੱਚ 3 ਤਰ੍ਹਾਂ ਦੇ ਕੇਸਿਸ ਆਏ ਸੀਗੇ। 2 ਤਾਂ ਗਰੁੱਪ ਸੀਗੇ, ਇੱਕ ਜਿਹੜੇ ਤਬਲੀਗੀ ਦੀ ਵਾਲੀ ਗੱਲ ਹੋਈ ਸੀ, ਦੂਸਰੇ ਪਾਸੇ ਜਿਹੜੇ ਹੈਗੇ ਆ ਉਹ ਸ਼ਰਧਾਲੂ ਜਿਹੜੇ ਉੱਥੋਂ ਆਏ ਸੀਗੇ, ਉਹ ਵੱਡੇ ਗਰੁੱਪ ਸੀਗੇ, ਉਹਨਾਂ ਨੂੰ ਉਸੇ ਵਕਤ ਕੁਆਰੰਟਾਈਨ ਕਰ ਲਿਆ ਗਿਆ ਸੀਗਾ ਸਰਕਾਰ ਵੱਲੋਂ, ਤਾਂ ਉਹ ਉੱਥੋਂ ਅੱਗੇ ਫੈਲਣ ਨਹੀਂ ਦਿੱਤਾ ਗਿਆ ਵਿੱਚ ਜਿਹੜੀ ਹੈਗੀ ਹੈ। ਦੂਸਰੇ ਕੇਸ ਸੀਗੇ ਜਿਹੜੇ ਆਪਣੇ ਬਾਹਰਲੇ ਦੇਸ਼ ਤੋਂ ਆਏ ਸੀਗੇ, ਫਿਰ ਉਹਨਾਂ ਦੇ ਨਾਲ ਕੁਝ ਕੰਟੈਕਟ ਹੋਏ, ਕੁਝ ਹੁਣ ਜਿਹੜੇ ਵਿੱਚ ਕੁਝ ਕੇਸ ਹੈਗੇ ਉਹਨਾਂ ਦੇ ਕੰਟੈਕਟ, ਇਸੇ ਕਰਕੇ ਪੰਜਾਬ ਦੇ ਵਿੱਚ ਇਹ ਜਿਹੜਾ ਫੈਲਾਅ ਇਸ ਦਾ ਜ਼ਿਆਦਾ ਨਹੀਂ ਹੋ ਸਕਿਆ, ਕਿਉਂਕਿ ਇੱਕ ਤਾਂ ਮੈਂ ਗੱਲ ਕਹਾਂਗਾ ਕਿ ਇਟ ਇਜ਼ ਗੁੱਡ ਕਿ ਲਾਕਡਾਊਨ ਹੋਇਆ, ਔਰ ਲਾਕਡਾਊਨ ਦੇ ਵਿੱਚ ਕੁਆਰੰਟਾਈਨ ਵਾਲਾ ਭਾਵੇਂ ਕੁਝ ਕਮੀਆਂ ਕਰਕੇ ਹੋਇਆ, ਲੇਕਿਨ ਫਿਰ ਵੀ ਜਿਹੜਾ ਹੈਗਾ ਉਹ ਲੋਕ ਲੋਕਲਾਈਜ਼ਡ ਰਹੇ ਔਰ ਜ਼ਿਆਦਾ ਉਸ ਨੂੰ ਫੈਲਣ ਨਹੀਂ ਦਿੱਤਾ ਗਿਆ। ਇਸ ਗੱਲ ਨੂੰ ਪਹਿਲਾਂ ਆਪਾਂ ਮੰਨਣਾ ਪਏਗਾ। ਨੰਬਰ 2 ਕਿ ਜਦੋਂ ਆਪਾਂ ਅੱਜ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਮੌਸਮ ਹੈ, ਅਗਰ ਤਾਂ ਡਰਾਈ ਹੀਟ ਹੈ, ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਇੱਕ ਗੱਲ ਕੀਤੀ ਹੈ ਕਿ ਇੱਕ ਥਿਊਰੀ ਆਈ ਸੀ ਕਿ ਜੇ ਤੁਹਾਨੂੰ ਜ਼ੁਕਾਮ ਕਰਾ ਹੋਇਆ, ਜਿੱਥੇ ਤੁਸੀਂ ਸਟੀਮ ਲੈਣ ਦੀ ਗੱਲ ਕਰਦੇ ਹੋ, ਸਟੀਮ ਦੀ ਬਜਾਏ ਤੁਸੀਂ ਨਾ ਡਰਾਈ ਹੀਟ ਲਓ। ਡਰਾਈ ਹੀਟ ਦੇ ਵਿੱਚ ਵੀ ਆਇਆ ਸੀਗਾ, ਜਿਵੇਂ ਡਰਾਇਰ ਹੁੰਦਾ ਆਪਣਾ, ਉਹ ਡਰਾਇਰ ਦੇ ਵਿੱਚ ਡਰਾਈ ਹੀਟ ਆਉਂਦੀ ਹੈ ਜਦੋਂ ਆਪਾਂ ਹੇਅਰ ਡਰਾਇਰ ਵਗੈਰਾ ਯੂਜ਼ ਕਰਦੇ ਹਾਂ, ਉਹ ਯੂਜ਼ ਕਰੋ ਤਾਂ ਦੈਟ ਇਜ਼ ਬੈਟਰ। ਉਹਦੇ ਨਾਲ ਹੀ ਦੂਸਰੀ ਥਿਊਰੀ ਇਹ ਸੀ ਕਿ ਜਿਹੜੀ ਇਹ ਵਾਇਰਸ ਹੈਗੀ ਹੈ, ਜਦੋਂ ਮਾਸਕ ਪਾਉਣ ਦੀ ਗੱਲ ਆਈ ਹੈ ਤਾਂ ਉਹਦੇ 'ਚ ਇਹ ਆਇਆ ਸੀਗਾ ਕਿ ਮਾਸਕ ਜਿਹੜਾ ਹੈਗਾ ਉਹ ਆਮ ਬੰਦੇ ਵਾਸਤੇ ਨਹੀਂ ਹੈ, ਉਹ ਮਾਸਕ ਜਿਹੜਾ ਹੈਗਾ ਉਹ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਹੈਲਥ ਸਰਵਿਸ ਪ੍ਰੋਵਾਈਡਰਸ ਨੇ, ਔਰ ਉਹ ਜਦੋਂ ਕਿਸੇ ਕਰੋਨਾ ਦੇ ਪੋਜ਼ਿਟਿਵ ਕੇਸ ਦੇ ਬਿਲਕੁਲ ਨੇੜੇ ਜਾਂਦੇ ਆ, ਜਿਵੇਂ ਆਪਾਂ ਕੋਈ ਟਿਊਬ ਪਾਣੀ ਹੋਵੇ, ਨੱਕ ਦੇ ਵਿੱਚ ਟਿਊਬ ਪਾਉਂਦੇ ਆ ਜਦੋਂ, ਜਾਂ ਗਲੇ 'ਚ ਬਹੁਤ ਸੀਰੀਅਸ ਮਰੀਜ਼ ਹੋਵੇ ਤਾਂ ਉਹਦੀ ਆਰਟੀਫੀਸ਼ੀਅਲ ਟਿਊਬ ਜਿਹੜੀ ਹੈਗਾ ਪਾਉਂਦੇ ਆ ਆਪਾਂ, ਉਸ ਟਾਈਮ ਦੇ ਉੱਤੇ ਜਿਹੜਾ ਤੁਹਾਡੇ ਸਾਹ ਜਿਹੜਾ ਹੈਗਾ ਜਿਹੜਾ ਨਿਕਲਦਾ ਉਹਦੇ 'ਚ ਥੋੜੀ ਨਮੀ ਹੁੰਦੀ ਹੈ, ਟੈਂਪਰੇਚਰ ਇਸ ਤਰ੍ਹਾਂ ਦਾ ਹੁੰਦਾ ਹੈ, ਜਿਹੜੇ ਸਾਹ ਦੇ ਵਿੱਚ ਜਿਹੜੀ ਨਮੀ ਹੁੰਦੀ ਹੈ ਉਹਦੇ 'ਚ ਉਹ ਵਾਇਰਸ ਥੋੜੀ ਸਰਵਾਈਵ ਕਰ ਸਕਦੀ ਹੈ। ਇਸ ਕਰਕੇ ਤੁਹਾਨੂੰ ਵਾਇਰਸ ਤੋਂ ਬਚਣ ਵਾਸਤੇ ਇਹ N95 ਮਾਸਕ ਜਾਂ ਜਿਹੜੇ ਵਧੀਆ ਕਿਸਮ ਦੇ ਮਾਸਕ ਉਹ ਪਾਉਣੇ ਜ਼ਰੂਰੀ ਹੈ। ਜੇ ਤੁਸੀਂ ਬਹੁਤ ਨੇੜੇ, ਉਦੋਂ ਟੈਂਪਰੇਚਰ ਦੀ ਗੱਲ ਹੋਈ ਸੀ, ਇਹ ਗੱਲ ਠੀਕ ਹੈ, ਆਪਾਂ ਨੂੰ ਇਸ ਗੱਲ ਨੂੰ ਮੰਨਣਾ ਪਏਗਾ ਕਿ ਜੇ ਆਪਾਂ ਕਰੋਨਾ ਪੋਜ਼ਿਟਿਵ ਦੇ ਮਰੀਜ਼ ਜਿਹੜਾ ਅੰਦਰੋਂ ਸਾਹ ਨਿਕਲਦਾ ਉਹਦੇ ਵਿੱਚ ਜਿਹੜੇ ਡ੍ਰੌਪਲੇਟ ਹੁੰਦੇ ਨੇ ਉਹਨਾਂ ਦਾ ਆਪਣਾ ਟੈਂਪਰੇਚਰ ਪਲੱਸ ਉਹ ਜਿਹੜੀ ਨਮੀ ਹੁੰਦੀ ਹੈ ਉਹ ਤੁਹਾਡੇ ਤੱਕ ਜਿਹੜੀ ਇਨਫੈਕਸ਼ਨ ਜ਼ਿਆਦਾ ਜਲਦੀ ਪਹੁੰਚਾ ਸਕਦੀ ਹੈ। ਇਸ ਕਰਕੇ ਆ ਜਿਹੜਾ ਹੁਣ ਤੁਸੀਂ ਦੂਸਰੀ ਗੱਲ ਜਿਹੜੀ ਕੀਤੀ ਹੈ ਕਿ ਆਪਾਂ ਡਰਾਈ ਹੀਟ ਦੇ ਆਪਾਂ ਗੱਲ ਕਰਦੇ ਹਾਂ ਕਿ ਤੁਹਾਨੂੰ ਥੋੜਾ ਬਚਾ ਸਕਦੀ ਹੈ, ਪਲੱਸ ਜੇ ਉਹਦੇ ਵਿੱਚ ਜਿਹੜੀ ਨਮੀ ਹੋਏਗੀ ਤਾਂ ਫਿਰ ਇਹ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਕੋਸ਼ਿਸ਼ ਰਹਿਣਾ ਪਏਗਾ। ਸੋ ਇਸ ਕਰਕੇ ਇਸ ਨੂੰ ਮੌਸਮ ਦੇ ਨਾਲ ਜੋੜਿਆ ਜਾ ਸਕਦਾ ਹੈ, ਲੇਕਿਨ ਆਪਾਂ ਨਾਰਮਲ ਰੂਟੀਨ ਦੇ ਵਿੱਚ ਵੀ ਇਹ ਗੱਲ ਕਹਿੰਦੇ ਆ ਕਿ ਜਦੋਂ ਬਾਰਿਸ਼ਾਂ ਦੇ ਮੌਸਮ ਥੋੜਾ ਹੈਵੀ ਹੋ ਜਾਂਦਾ, ਇਹ ਗੱਲ ਆਪਾਂ ਆਮ ਮੰਨ ਕੇ ਚੱਲਦੇ ਹਾਂ। ਸੋ ਇਟ ਵਾਸ ਵਨ ਆਫ ਦਾ ਥਿਊਰੀ ਕਿ ਅਗਰ ਤੁਹਾਡਾ ਟੈਂਪਰੇਚਰ ਪਲੱਸ ਉਹਦੇ 'ਚ ਥੋੜੀ ਨਮੀ ਹੁੰਦੀ ਹੈ ਤਾਂ ਵਾਇਰਸ ਥੋੜੀ ਜ਼ਿਆਦਾ ਫੈਲੇਗੀ ਬਜਾਏ ਕਿ ਡਰਾਈ ਹੀਟ ਦੇ। ਸੋ ਇਹ ਦੋ ਗੱਲਾਂ ਵੱਖਰੀਆਂ ਨੇ, ਇਸ ਨੂੰ ਆਪਾਂ ਨੂੰ ਸਮਝਣਾ ਪਏਗਾ ਇਸ ਗੱਲ ਵਾਸਤੇ। ਸੋ ਆਪਾਂ ਇਸ ਨੂੰ ਟੈਂਪਰੇਚਰ ਦੇ ਨਾਲ ਥੋੜਾ ਜੋੜ ਸਕਦੇ ਹਾਂ, ਲੇਕਿਨ ਉਸ ਨੂੰ ਕਨਫਰਮ ਨਹੀਂ ਕਰ ਸਕਦੇ ਆਪਾਂ। ਜਿਹੜਾ ਬਾਰ-ਬਾਰ ਇਹ ਲਾਕਡਾਊਨ ਜਦੋਂ ਗੱਲ ਹੈ, ਲਾਕਡਾਊਨ ਦੇ ਵਿੱਚ ਆਪਾਂ ਕਿਸੇ ਕਿਸਮ ਦੀ ਰਿਲੈਕਸੇਸ਼ਨ ਨਹੀਂ ਲੈ ਸਕਦੇ। ਜੇ ਅੱਜ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਸ਼ੁਰੂ ਕੀਤੀ ਸੀ ਕਿ ਅਗਰ ਟੈਂਪਰੇਚਰ ਵੱਧ ਗਿਆ ਤੇ ਇਹ ਵਾਇਰਸ ਆਟੋਮੈਟਿਕਲੀ ਮਰ ਜਾਏਗੀ, ਇਸ ਤਰ੍ਹਾਂ ਨਹੀਂ ਹੋਣ ਵਾਲਾ। ਲੇਕਿਨ ਹੋਪਫੁਲੀ ਇਹ ਹੈ ਕਿ ਇਹ ਸ਼ਾਇਦ ਥੋੜਾ ਜਿਹਾ ਆਪਣਾ ਚੈੱਕ ਜਿਹੜਾ ਹੈਗਾ, ਇੱਕ ਤਾਂ ਡਰਾਈ ਹੀਟ ਕਰਕੇ ਜਿਸ ਤਰ੍ਹਾਂ ਮੈਂ ਪਹਿਲਾਂ ਬਾਰ-ਬਾਰ ਇਹ ਗੱਲ ਵਰਡ ਯੂਜ਼ ਕੀਤਾ, ਨੰਬਰ 2 ਜਿਹੜਾ ਉਹਦਾ ਸੋਸ਼ਲ ਐਸਪੈਕਟ ਹੈਗਾ ਕਿ ਆਪਣੀ ਜਿਹੜੀ ਹਾਈਜੀਨ ਹੈ ਉਹ ਆਟੋਮੈਟਿਕਲੀ ਵੱਧ ਜਾਏਗੀ। ਲਾਕਡਾਊਨ ਜਿਹੜਾ ਹੈਗਾ ਉਹ ਅਨਨੋਨਲੀ ਇਫੈਕਟ ਹੋਵੇਗਾ। ਇੱਕ ਹੋਰ ਸਵਾਲ ਇਹ ਹੈ ਕਿ ਇੱਕ ਵੀਡੀਓਜ਼ ਕਹਿ ਲਈਏ ਜਾਂ ਇਨਫੋਰਮੇਸ਼ਨ ਕਹਿ ਲਈਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਹਾਲਾਂਕਿ ਸਭ ਕੁਝ ਸਹੀ ਨਹੀਂ ਹੁੰਦਾ, ਫੇਕ ਵੀ ਹੁੰਦਾ ਹੈ, ਪਰ ਇਹ ਵੀ ਕਿਹਾ ਜਾ ਰਿਹਾ ਜੇ ਮਾਸਕ ਜਿਹੜਾ ਨਾਰਮਲ ਵਾਲਾ ਮਾਸਕ ਪਾ ਰਹੇ ਨੇ ਸਾਰੇ, ਉਸ ਦੇ ਨਾਲ ਲੰਗਸ ਤੇ ਅਸਰ ਪੈ ਰਿਹਾ, ਇਸ ਦਾ ਕੁਝ ਹੈਗਾ ਇਸ ਤਰ੍ਹਾਂ ਦਾ ਨਾਲ? ਨਹੀਂ, ਇਹ ਗੱਲ ਨਹੀਂ, ਇਹ ਗੱਲ ਤਾਂ ਬਿਲਕੁਲ, ਕਿਉਂਕਿ ਮੇਰੇ ਵੱਲੋਂ ਇਸ ਮੀਡੀਆ ਤੇ ਤੁਹਾਡੇ ਜਿਹੜੇ ਹੈਗਾ ਇਹ ਆਡੀਓ ਵਿਜ਼ੂਅਲ ਮੀਡੀਆ ਤੇ ਔਰ ਪ੍ਰਿੰਟ ਮੀਡੀਆ ਦੇ ਵਿੱਚ ਵੀ ਮੇਰੇ ਵੱਲੋਂ ਨਿਊਜ਼ ਇਹ ਗੱਲ ਦਿੱਤੀ ਗਈ ਸੀ ਕਿ ਮਾਸਕ ਜਿਹੜਾ ਹੈਗਾ ਉਹ ਆਮ ਆਦਮੀ ਵਾਸਤੇ ਨਹੀਂ ਹੈ। ਜਦੋਂ ਆਪਾਂ ਬਾਰ-ਬਾਰ ਇਹ ਗੱਲ ਕਹਿਤੀ ਸੀ ਕਿ ਇਹ ਹਵਾ ਦੇ ਥਰੂ ਸਪਰੈਡ ਨਹੀਂ ਹੈ। ਮੈਂ ਇੱਕ ਛੋਟੀ ਜਿਹੀ ਗੱਲ ਸਿੰਪਲ ਜਿਹੇ ਤੌਰ ਤੇ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਅਗਰ ਇਸ ਦਾ ਸਪਰੈਡ, ਆਪਾਂ ਸਭ ਤੋਂ ਪਹਿਲਾਂ ਇਸ ਵਾਇਰਸ ਤੋਂ ਡਰੇ ਕਿਉਂ ਸੀ? ਆਪਾਂ ਇੱਕ ਤਾਂ ਵਰਡ ਯੂਜ਼ ਕਰ ਲਿਆ ਸੀਗਾ ਕਿ ਇਹ ਵਾਇਰਸ ਜਿਹੜੀ ਹੈਗੀ ਇਹਦੇ ਨਾਲ ਬੰਦਾ ਮਰਦਾ ਨਹੀਂ, ਪਰ ਆਪਾਂ ਇਹ ਗੱਲ ਕਹੀ ਸੀ ਕਿ ਖਤਰਨਾਕ ਇਸ ਕਰਕੇ ਹੈ ਕਿਉਂਕਿ ਇਨਫੈਕਸ਼ੀਅਸ ਬਹੁਤ ਜ਼ਿਆਦਾ ਹੈ। ਇਹ ਵਰਡ ਆਪਾਂ ਯੂਜ਼ ਕੀਤਾ ਸੀ। ਸੋ ਅੱਜ ਜੇ ਇਹ ਵਾਇਰਸ ਜਿਹੜੀ ਹੈਗੀ ਹੈ ਇਹ 에ਅਰ ਦੇ ਥਰੂ ਇਸ ਦਾ ਹਵਾ ਰਾਹੀਂ ਫੈਲਦੀ ਹੁੰਦੀ ਤਾਂ ਸਾਰਾ ਵਰਲਡ ਹੁੰਦੀ ਘੜੀ ਇਨਫੈਕਟ ਹੋ ਚੁੱਕਿਆ ਹੋਣਾ ਸੀਗਾ, ਜਿਹੜਾ ਕਿ ਉਸ ਤਰ੍ਹਾਂ ਨਹੀਂ ਹੋਇਆ। ਹਵਾ ਨੂੰ ਲੈ ਕੇ ਮੈਂ ਇਸ ਕਰਕੇ ਮਾਸਕ ਜਿਹੜਾ ਹੈਗਾ, ਹਾਂਜੀ ਮੈਂ ਆਉਣੀ ਹਾਂ ਤੁਹਾਡੇ ਕੋਲ, ਮਨਮੋਹਨ ਜੀ ਵੀ ਸਾਡੇ ਨਾਲ ਮੌਜੂਦ ਨੇ। ਹਾਂਜੀ, ਮੈਂ ਉਹਨਾਂ ਤੋਂ ਹਵਾ ਦੇ ਬਾਰੇ ਥੋੜਾ ਜਿਹਾ ਪੁੱਛਣਾ ਚਾਹਾਂਗੀ।
ਇਸ ਦੇ ਬਾਰੇ ਕੀ ਕੁਝ ਹੈ, ਕਿਉਂਕਿ ਹਵਾ ਨੂੰ ਲੈ ਕੇ ਬਹੁਤ ਜ਼ਿਆਦਾ ਅਜ਼ੰਪਸ਼ਨਸ ਨਹੀਂ ਹੈਗੀਆਂ, ਅਜ਼ੰਪਸ਼ਨ ਬਣੀਆਂ ਹੋਈਆਂ ਨੇ। ਮਨਮੋਹਨ ਸਿੰਘ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਸੋ ਉਸ ਨੂੰ ਮੌਸਮ ਨੂੰ ਲੈ ਕੇ ਅਗਰ ਆਪਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦਾ ਕਿੱਥੋਂ ਕੁ ਤੱਕ ਕੀ ਲਿੰਕ ਤੁਹਾਨੂੰ ਨਜ਼ਰ ਆਉਂਦਾ? ਕੋਰੋਨਾ ਵਾਇਰਸ ਜਦੋਂ ਸਟਾਰਟ ਹੋਇਆ ਸੀ ਤਾਂ ਉਦੋਂ ਵੀ ਇਹੀ ਆ ਰਿਹਾ ਸੀਗਾ, ਜੋ ਨਿਊਜ਼ ਵਿੱਚ ਜਾਂ ਜੋ ਵੀ ਡਿਸੀਜਨ ਹੋ ਰਹੀਆਂ ਸੀਗੀਆਂ, ਅਸੀਂ ਬਹੁਤ ਸਾਰੀਆਂ ਟੀਵੀ ਤੇ ਜੋ ਡਿਸੀਜਨ ਦੇਖਦੇ ਸੀ ਤੇ ਇਹੀ ਚੱਲ ਰਿਹਾ ਸੀ ਕਿ ਜਦੋਂ ਟੈਂਪਰੇਚਰ ਵਧਣਗੇ ਤਾਂ ਜੋ ਕਰੋਨਾ ਵਾਇਰਸ ਹੈ ਇਹ ਘਟ ਜਾਏਗਾ ਜਾਂ ਮਤਲਬ ਖਤਮ ਹੋ ਜਾਏਗਾ ਜਿਸ ਤਰ੍ਹਾਂ ਟੈਂਪਰੇਚਰ ਰਾਈਜ਼ ਹੋਣਗੇ। ਲੇਕਿਨ ਜਿਸ ਤਰ੍ਹਾਂ ਹੁਣ ਵੈਦਰ ਸਮਰ ਸੀਜ਼ਨ ਸਟਾਰਟ ਹੋ ਗਿਆ, ਪੀਕ पे ਸਮਰ ਸੀਜ਼ਨ ਚੱਲ ਰਿਹਾ ਹੈ, ਜੋ ਟੈਂਪਰੇਚਰ ਹੈ ਅੱਜ ਦੀ ਡੇਟ ਦੇ ਵਿੱਚ ਕਾਫੀ ਮਤਲਬ ਜੋ ਹਾਈ ਪਹੁੰਚ ਚੁੱਕੇ ਹੈ 45 46 47 ਡਿਗਰੀ ਜਿਸ ਤਰ੍ਹਾਂ ਪਹੁੰਚਦੇ ਆ ਪੂਰੇ ਇੰਡੀਆ ਦੇ ਵਿੱਚ ਹੀ। ਤੇ ਲੇਕਿਨ ਜਿਸ ਤਰ੍ਹਾਂ ਮੈਂ ਡਿਸੀਜਨ ਸੁਣ ਰਿਹਾ ਸੀਗਾ ਕਿ ਜੋ ਟੈਂਪਰੇਚਰ ਦੇ ਨਾਲ ਕੋਈ ਫਰਕ ਨਹੀਂ ਪਏਗਾ ਤੇ ਮੁझे ਵੀ ਥੋੜਾ ਲੱਗ ਰਿਹਾ ਹੈ। ਲੇਕਿਨ ਜੋ ਟੈਂਪਰੇਚਰ ਅਗਰ ਟੈਂਪਰੇਚਰ ਦੇ ਨਾਲ ਥੋੜਾ ਕੰਟਰੋਲ ਇਹਨਾਂ ਹੋਣਾ ਹੈ ਤਾਂ ਟੈਂਪਰੇਚਰ ਜਿਹੜੇ ਹੈ ਆਪਣੇ ਜੂਨ ਦੇ ਐਂਡ ਤੱਕ ਜੋ ਟੈਂਪਰੇਚਰ ਆ ਉਹ ਵਧੇ ਰਹਿਣਗੇ, ਹਾਈ ਸਾਈਡ ਤੇ ਹੀ ਰਹਿਣਗੇ। ਸੋ ਉਹੀ ਹੋਪ ਵਾਲੀ ਗੱਲ ਆ ਗਈ ਬੇਦੀ ਸਾਹਿਬ, ਮੈਂ ਤੁਹਾਡੇ ਕੋਲ ਹੀ ਆਉਣੀ ਆ ਕਿਉਂਕਿ ਹੋਪ ਵਾਲੀ ਗੱਲ ਹੀ ਹੈਗੀ ਹੈ। ਅਗਰ ਗਰਮੀ ਦੀ ਗੱਲ ਕਰੀਏ, ਜਦੋਂ ਕਿਸੇ ਨੂੰ ਕੋਈ ਗਰਮੀ ਲੱਗਦੀ ਹੈ ਤਾਂ ਨਹੀਂ, ਉਹ ਅੱਜ ਕੱਲ ਖੁਸ਼ ਹੋ ਰਿਹਾ ਕਿ ਚਲੋ ਵਧੀਆ ਹੈ, ਪਸੀਨੇ ਆ ਰਹੇ ਨੇ, ਗਰਮੀ ਆ ਰਹੀ ਹੈ, ਕਰੋਨਾ ਵਾਇਰਸ ਤੋਂ ਤਾਂ ਛੁਟਕਾਰਾ ਮਿਲੇਗਾ, ਇਸ ਤਰ੍ਹਾਂ ਦੀ ਅਜ਼ੰਪਸ਼ਨਸ ਬਣ ਰਹੀਆਂ ਨੇ। ਸੋ ਮਤਲਬ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਜੇ ਗਰਮੀ ਆ ਰਹੀ ਹੈ ਸਿੱਧੇ ਤੌਰ ਤੇ ਆਟੋਮੈਟਿਕਲੀ ਕੁਝ ਅਸਰ ਪੈ ਸਕਦਾ ਹੈ, ਪਰ ਵੈਦਰ ਦਾ ਕੋਈ ਕੰਸਰਨ ਨਹੀਂ ਹੈਗਾ। हाँ, मैं इत्थे ना दो मिनट लैके कुछ गल्लां करना चाहूंगा। हाँ जी, हाँ जी। कि क्योंकि गर्मी आ रही है, लोकां विच एक ये भी हैगा कि एसी चलाना है कि नहीं चलाना। बिल्कुल, हाँ जी। सो ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜੇ ਤੁਸੀਂ ਕਾਮਨ ਜਗ੍ਹਾ ਤੇ ਬੈਠੇ ਹੋ, ਸੈਂਟਰਲ ਏਸੀ ਹੈ, ਉੱਥੇ ਬੜੇ ਲੋਕ ਹੈਗੇ ਨੇ, ਇੱਕ ਦੂਜੇ ਤੋਂ ਉਹ ਏਸੀ ਦੇ ਰਾਹੀਂ ਇਨਫੈਕਸ਼ਨ ਫੈਲ ਸਕਦੀ ਹੈ। ਮਗਰ ਜੇ ਤੁਸੀਂ ਆਪਣੇ ਘਰ 'ਚ ਹੈਗੇ ਹੋ, ਫਿਲਟਰ ਤੁਸੀਂ ਆਪਣੇ ਕਲੀਨ ਕਰਾ ਰਹੇ ਨੇ ਔਰ ਘਰ 'ਚ ਕੋਈ ਇਹੋ ਜਿਹਾ ਆਦਮੀ ਨਹੀਂ ਹੈ ਜਿਹਨੂੰ ਕੋਈ ਅੰਦੇਸ਼ਾ ਹੈਗਾ ਕਿ ਉਹਨੂੰ ਕਰੋਨਾ ਵਾਇਰਸ ਜਾਂ ਇਨਫੈਕਸ਼ਨ ਦਾ ਕੋਈ ਅੰਦੇਸ਼ਾ ਹੈਗਾ, ਤੇ ਉਹ ਏਸੀ ਚਲਾ ਸਕਦਾ ਹੈ। ਹਾਂ, ਏਸੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਘੱਟ ਕਰਨ ਦੀ ਲੋੜ ਨਹੀਂ ਹੈ, ਬਟ ਯੂ ਕੈਨ ਯੂਜ਼ ਦ ਏਸੀ। ਓਕੇ, ਠੀਕ ਹੈ। ਸੋ ਵਾਕਈ ਮਸਲਾ ਇਹੀ ਹੈਗਾ, ਏਸੀ ਨੂੰ ਲੈ ਕੇ ਗੱਲ ਕਰੀਏ ਜਾਂ ਫਿਰ ਵਾਕਈ ਇਸ ਤੋਂ ਇਲਾਵਾ ਕੋਈ ਠੰਡੀਆਂ ਚੀਜ਼ਾਂ ਹੋ ਗਈਆਂ, ਕਿਉਂਕਿ ਥੋੜੇ ਦਿਨ ਪਹਿਲਾਂ ਮੈਂ ਪੜ੍ਹ ਵੀ ਰਹੀ ਸੀਗੀ ਔਰ ਅਜ਼ੰਪਸ਼ਨ ਵੀ ਬਣੀ ਹੋਈ ਹੈ ਕਿ ਫ੍ਰਿਜ ਦਾ ਪਾਣੀ ਤਾਂ ਬਹੁਤ ਜ਼ਿਆਦਾ ਹਾਨੀਕਾਰਕ ਹੈ, ਉਸ ਨੂੰ ਲੈ ਕੇ ਔਰ ਇੱਕਾ ਦੁੱਕਾ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਅਸੀਂ ਦਰਸ਼ਕਾਂ ਤੱਕ ਪਹੁੰਚਾਈਏ, ਗੱਲ ਕੀਤੀ ਜਾਵੇ ਤਾਂ। ਠੀਕ ਹੈ ਮੁਲਤਾਨੀ ਸਾਹਿਬ, ਤੁਹਾਡੇ ਕੋਲ ਹੀ ਆਵਾਂਗੀ ਇਹ ਸਵਾਲ ਲੈ ਕੇ ਮੈਂ। ਦੇਖੋ ਇਸ ਤਰ੍ਹਾਂ ਹੈਗਾ ਕਿ ਆਪਾਂ ਨੂੰ ਨਾ ਪਹਿਲਾਂ ਸੋਚਣਾ ਪਏਗਾ ਕਿ ਆਪਾਂ ਮਰੀਜ਼ ਦੀ ਗੱਲ ਕਰਦੇ ਆ ਕਿ ਨਾਰਮਲ ਬੰਦੇ ਦੀ ਗੱਲ ਕਰਦੇ ਆ। ਮੈਂ ਬਾਰ-ਬਾਰ ਰਿਪੀਟਡਲੀ ਇਹ ਵਰਡ ਯੂਜ਼ ਮੈਂ ਗੱਲ ਮੈਂ ਤਾਂ ਹੀ ਉਸ ਨੂੰ ਦੋ ਹਿੱਸਿਆਂ 'ਚ ਵੰਡ ਕਿ ਆਪਾਂ ਮੈਂ ਬਾਰ-ਬਾਰ ਰਿਪੀਟਡਲੀ ਇਹ ਵਰਡ ਯੂਜ਼ ਕੀਤੇ ਆ ਕਿ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਹੋ, ਤੁਹਾਡੇ ਘਰ ਦੇ ਵਿੱਚ ਕੋਈ ਬਾਹਰੋਂ ਆ ਨਹੀਂ ਰਿਹਾ, ਕੋਈ ਜਾ ਨਹੀਂ ਰਿਹਾ, ਤਾਂ ਆਪਣੀ ਨਾਰਮਲ ਲਾਈਫ ਜਿਹੜੀ ਹੈਗੀ ਉਸ ਨੂੰ ਜਿਓ। ਏਸੀ ਲਾ ਲਓ, ਇਹ ਗੱਲ ਠੀਕ ਹੈ ਕਿ ਉਸ ਨੂੰ 16 17 18 ਡਿਗਰੀ ਟੈਂਪਰੇਚਰ ਨਾ ਰੱਖੋ, ਉਸ ਨੂੰ 20 ਡਿਗਰੀ ਤੋਂ ਉੱਪਰ ਤੁਸੀਂ ਟੈਂਪਰੇਚਰ ਰੱਖੋਗੇ 22 23 24, ਇੱਕ ਤਾਂ ਕੰਫਰਟੇਬਲ ਰਹਿੰਦੇ ਹੋ, ਇੱਕ ਤੁਹਾਡੀ ਇਲੈਕਟ੍ਰਿਸਿਟੀ ਘੱਟ ਕੰਜ਼ਿਊਮ ਹੋਏਗੀ। ਫਿਰ ਤੁਸੀਂ ਦੂਸਰੀ ਗੱਲ ਹੈਗੀ ਹੈ ਕਿ ਇਹ ਜਿਹੜਾ ਬਾਰ-ਬਾਰ ਹੱਥ ਧੋਣ ਵਾਲੀ ਗੱਲ ਹੈ, ਇਹ ਉਦੋਂ ਦੀ ਗੱਲ ਹੈ, ਉਹ ਵੀ 2-3 ਘੰਟੇ ਬਾਅਦ। ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਸਾਰਾ ਦਿਨ ਪਾਗਲਾਂ ਦੀ ਤਰ੍ਹਾਂ ਹੱਥ ਹੀ ਧੋਈ ਜਾਣਾ। ਵਿੱਚ ਘਰ ਦੇ ਵਿੱਚ ਬੈਠੇ ਹੋਏ ਹੋ, ਤੁਹਾਨੂੰ ਕੋਈ ਮੁਸ਼ਕਲ ਨਹੀਂ ਹੈ, ਜੋ ਤੁਹਾਡੀ ਨਾਰਮਲ ਲਾਈਫ ਹੀ ਉਸ ਨੂੰ ਰੱਖੋ ਉੱਥੇ ਵਿੱਚ। ਕਿਸੇ ਕਿਸਮ ਦਾ ਕੋਈ ਮਾਸਕ ਲਾ ਕੇ ਫਿਰਨ ਦੀ ਜ਼ਰੂਰਤ ਨਹੀਂ ਹੈ, ਕੋਈ ਬਾਰ-ਬਾਰ ਹੱਥ ਧੋਣ ਦੀ ਘਰ ਦੇ ਅੰਦਰ ਬੈਠੇ ਜ਼ਰੂਰਤ ਨਹੀਂ ਹੈ। ਇਹ ਬਾਹਰ ਦੀਆਂ ਗੱਲਾਂ ਨੇ ਸਾਰੀਆਂ ਜਿਹੜੀਆਂ ਹੈਗੀਆਂ ਨੇ, ਜਾਂ ਹਸਪਤਾਲ ਦੀ ਗੱਲ ਹੈ। ਤੀਸਰੀ ਗੱਲ, ਤੁਸੀਂ ਫ੍ਰਿਜ ਦੀ ਗੱਲ ਆਪਾਂ ਬਾਰ-ਬਾਰ ਕਰ ਰਹੇ ਹੋ, ਐਸਾ ਕੁਝ ਨਹੀਂ ਹੈ। ਨਾਰਮਲ ਬੰਦਾ ਜੋ ਉਸਦਾ ਜੋ ਖਾਂਦਾ ਪੀਂਦਾ ਉਸੇ ਨੂੰ ਖਾਂਦਾ ਰਹੇ, ਕਿਉਂਕਿ ਉਸ ਦੀ ਬਾਡੀ ਉਸੇ ਤਰ੍ਹਾਂ ਸਿਸਟਮ ਸੈਟਲ ਹੋਇਆ ਹੁੰਦਾ ਹੈ। ਜੇ ਤੁਸੀਂ ਅੱਜ ਦੀ ਡੇਟ 'ਚ ਮੇਰੇ ਕੋਲ ਪੁੱਛੋ ਬਾਈ ਚਾਂਸ ਹੈ ਨਾ, ਤਾਂ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਦਾ, ਮੈਂ ਤਾਂ ਆਈਸ ਤੋਂ ਬਗੈਰ ਰਹਿ ਨਹੀਂ ਸਕਦਾ। ਮੈਨੇ ਪਾਣੀ ਵੀ ਆਈਸ ਲੈ ਕੇ ਪੀਣਾ ਹੁੰਦਾ ਹੈ। ਜੇ ਮੈਂ ਕਦੀ ਜਿਹੜੀ ਮੇਰੇ ਕੋਲ ਡਰਿੰਕ ਲੈਣੀ ਹੁੰਦੀ ਹੈ, ਮੈਨੇ ਸਿਰਫ ਜਸਟ ਔਨ ਦੀ ਰੌਕਸ ਲੈਣੀ ਹੁੰਦੀ ਹੈ। ਆਈ ਐਮ ਸ਼ੇਅਰਿੰਗ ਮਾਈ ਪਰਸਨਲ ਐਕਸਪੀਰੀਅੰਸ ਵਿਦ ਦ ਪਬਲਿਕ। ਆਈਸ ਜਿਹੜੀ ਕਿੰਨੀ ਖਤਰਨਾਕ ਹੋ ਸਕਦੀ ਹੈ, ਮੁਲਤਾਨੀ ਸਾਹਿਬ ਆਈਸ ਤੋਂ ਬਿਨਾਂ ਨਹੀਂ ਰਹਿ ਸਕਦੇ। ਹਾਂਜੀ, ਮੈਂ ਇੱਥੇ ਦੇਖੋ ਇਸ ਤਰ੍ਹਾਂ ਹੈਗਾ, ਅਸੀਂ ਸਾਰੀ ਉਮਰ ਮਾਸਕ ਵੀ ਨਹੀਂ ਪਾਇਆ। ਹਾਂਜੀ, ਠੀਕ ਹੈ, ਅਸੀਂ ਸੋਸ਼ਲ ਡਿਸਟੈਂਸਿੰਗ ਵੀ ਨਹੀਂ ਕੀਤੀ। ਅਸੀਂ ਬਾਹਰ ਲੋਕੀ ਹੁਣ ਆਦੀ ਹੋਏ ਨੇ ਕਿ ਰੈਸਟੋਰੈਂਟ 'ਚ ਵੀ ਜਾਣਾ ਹੈ, ਤਾਂ ਮੈਂ ਇਹ ਸੋਚਦਾ ਹੈ ਕਿ ਅਸੀਂ ਦਿਮਾਗ ਦੇ ਤੌਰ ਤੇ ਆਪਣੇ ਆਪ ਨੂੰ ਕੁਝ ਬੰਧਨ ਲਗਾਉਂਦੇ ਹੈ। ਸੋ ਜੇ ਅਸੀਂ ਬਿਲਕੁਲ ਹੀ ਆਪਣਾ ਦਿਮਾਗ ਨੂੰ ਬਿਲਕੁਲ ਰਿਲੈਕਸ ਕਰ ਲਵਾਂਗੇ ਤੇ ਉਹ ਵੀ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਜੇ ਅਸੀਂ ਬਿਲਕੁਲ ਖੁੱਲ੍ਹ ਦੇ ਦਿੱਤੀ ਆਪਣੇ ਦਿਮਾਗ ਨੂੰ ਤੇ ਆਸ-ਪਾਸ ਲੋਕਾਂ ਨੂੰ, ਬੱਚਿਆਂ ਨੂੰ ਖਾਸ ਕਰਕੇ, ਤੇ ਉਹ ਹੋ ਸਕਦਾ ਹੈ ਕਿ ਵੀ ਉਹਦੀ ਵਰਤੋਂ ਜਿਹੜੀ ਹੈਗੀ ਹੈ
ਉਹ ਠੀਕ ਨਾ ਹੋਏ। ਤਾਂ ਮੈਂ ਮੁਲਤਾਨੀ ਸਾਹਿਬ ਨਾਲ ਇਹ ਕਹੂੰਗਾ ਕਿ ਠੀਕ ਹੈ, ਤੁਸੀਂ ਡਾਕਟਰ ਹੈਗੇ ਹੋ, ਤੁਸੀਂ ਸਮਝਦਾਰ ਹੈਗੇ ਹੋ, ਤੁਹਾਨੂੰ ਪਤਾ ਹੈ ਕਿੱਥੇ ਉਹਨੂੰ ਰੋਕਣਾ ਹੈ, ਕਿੱਥੇ ਨਹੀਂ ਰੋਕਣਾ, ਬਟ ਆਮ ਜਨਤਾ ਵਾਸਤੇ ਮੈਂ ਚਾਹੂੰਗਾ ਮੈਂ ਉਹੀ ਕਹਿਣ ਲੱਗੀ ਸੀ। ਹਾਂਜੀ, ਮੈਂ ਸ਼ਾਇਦ ਤਾਂ ਹੀ ਸਵਾਲ ਪੁੱਛਿਆ ਬੇਦੀ ਸਾਹਿਬ ਤੇ ਮੁਲਤਾਨੀ ਸਾਹਿਬ, ਸ਼ਾਇਦ ਤੁਹਾਨੂੰ ਬੁਰਾ ਵੀ ਨਾ ਲੱਗਾ ਹੋਵੇ ਕਿਉਂਕਿ ਆਮ ਜਨਤਾ ਪਰ ਸੁਣ ਰਹੀ ਹੈ। ਕੱਲ ਨੂੰ ਹੋਏ ਕਿ ਸਾਰੇ ਬਰਫ ਪਾ ਕੇ ਪਾਣੀ ਪੀਣ ਲੱਗ ਪਏ। ਨਹੀਂ ਇਸ ਤਰ੍ਹਾਂ ਨਹੀਂ ਉਸ ਨੂੰ ਇਸ ਤਰ੍ਹਾਂ ਨਹੀਂ ਹੈ। ਮੈਂ ਵਰਡ ਯੂਜ਼ ਕੀਤਾ ਕਿ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਹੋ, ਤੁਸੀਂ ਕੰਫਰਟੇਬਲ ਹੈਗੇ, ਆਪਣੀ ਲਾਈਫ ਨੂੰ ਕੰਫਰਟੇਬਲ ਰੱਖੋ, ਤੁਸੀਂ ਬਿਮਾਰ ਨਹੀਂ ਹੋ। ਅਗਰ ਤੁਹਾਡੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੈ, ਆਪਾਂ ਨੂੰ ਇਹ ਸਾਰੀਆਂ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ। ਸੋ ਇਹ ਸਾਰੇ ਜਿਹੜਾ ਸਿਸਟਮ ਹੈਗਾ, ਇਹ ਘਰ ਤੋਂ ਬਾਹਰ ਦੀਆਂ ਗੱਲਾਂ ਵੱਖਰੀਆਂ ਨੇ, ਘਰ ਦੇ ਅੰਦਰ ਗੱਲ ਵੱਖਰੀ ਹੈ। ਅੱਜ ਮੈंने ਦੇਖ ਰਿਹਾ ਬਾਰ-ਬਾਰ ਕਿ ਆਪਾਂ ਨੂੰ ਟੀਵੀ ਤੋਂ ਮੀਡੀਆ ਰਾਹੀਂ ਇਹ ਜਿਹੜੀ ਗੱਲ ਹੋ ਰਹੀ ਹੈ ਕਿ ਹੱਥ ਧੋਣੇ ਘਰ ਲੋਕ ਅੰਦਰ ਬੈਠੇ ਘਰ ਧੋਈ ਜਾਂਦੇ ਨੇ, ਅੰਦਰ ਬੈਠੇ ਸੈਨੀਟਾਈਜ਼ਰ ਯੂਜ਼ ਕਰੀ ਜਾ ਰਹੇ ਨੇ। ਇਹ ਗੱਲ ਗਲਤ ਹੈ। ਆਪਾਂ ਨੂੰ ਦੇਖਣ ਦੀ ਗੱਲ ਹੈ ਕਿ ਤੁਹਾਡੇ ਘਰ ਦੇ ਵਿੱਚ ਅਗਰ ਕੋਈ ਪੇਸ਼ੈਂਟ ਹੈ, ਜਿਹੜੇ ਜਿਸ ਦੀ ਪੇਸ਼ੈਂਟ ਦੀ ਗੱਲ ਹੋਈ, ਤਾਂ ਫਿਰ ਆਪਾਂ ਨੂੰ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ। ਹੁਣ ਮਰੀਜ਼ ਜਿਹੜਾ ਹੈਗਾ ਉਹਦੇ ਵਾਸਤੇ ਤੇ ਇਹ ਸਾਰਾ ਸੋਸ਼ਲ ਡਿਸਟੈਂਸ ਵੀ ਆਏਗਾ, ਉਸ ਦੀ ਡਾਈਟ ਦੀ ਗੱਲ ਵੀ ਆਏਗੀ, ਉਸ ਦਾ ਲੋਅਰ ਟੈਂਪਰੇਚਰ ਤੇ ਨਹੀਂ ਰਹਿਣਾ। ਤੁਹਾਨੂੰ ਕਈ ਲੋਕਾਂ ਨੂੰ ਜਿਹੜੀ ਏਸੀ ਦੀ ਐਲਰਜੀ ਹੈ, ਸੋ ਇਹ ਸਾਰੀਆਂ ਗੱਲਾਂ ਹੈਗੀਆਂ ਨੇ, ਇਹ 1 ਬਾਈ 1 ਆਉਣਗੀਆਂ। ਉਹਨਾਂ ਨੂੰ 2 ਹਿੱਸਿਆਂ 'ਚ ਵੰਡ ਕੇ ਦੇਖੋ ਤੁਸੀਂ। ਮੈਂ ਹੁੰਦੀ ਘੜੀ ਬਾਰ-ਬਾਰ ਲੋਕਾਂ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਹਾਂ, ਕਿਉਂਕਿ ਹੁਣ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਤੱਕ ਪਹੁੰਚ ਵੀ ਸ਼ੁਰੂ ਕਰ ਦਿੱਤੀ ਹੈ, ਫੀਲਡ ਦੇ ਵਿੱਚ ਜਾਣਾ ਵੀ ਸ਼ੁਰੂ ਕਰ ਲਿਆ। ਆਪਣਾ ਹਸਪੀਟਲ ਜਿਹੜਾ ਉਹ ਚੈਰੀਟੇਬਲ ਚੱਲ ਰਿਹਾ ਸੀਗਾ, ਉਸ ਨੂੰ ਵੀ ਲੋਕ ਆਉਂਦੇ ਆ, ਉਹਨਾਂ ਨੂੰ ਗੱਲ ਸਮਝਾਉਣ ਦੀ ਜ਼ਰੂਰਤ ਹੈ ਕਿ ਜਿਹੜਾ ਬਿਮਾਰ ਮਰੀਜ਼ ਹੈ ਉਹਦੇ ਵਾਸਤੇ ਇਹ ਪ੍ਰੀਕਾਸ਼ਨਸ ਨੇ, ਜਿਹੜਾ ਨਾਰਮਲ ਬੰਦਾ ਹੈ ਉਹਦੇ ਵਾਸਤੇ ਲਿਮਿਟੇਸ਼ਨਸ ਘੱਟ ਨੇ। ਸੋ ਲੋਕਾਂ ਨੇ ਇਹ ਜਿਹੜਾ ਮਿਸਯੂਜ਼, ਮੈਂ ਡਾਕਟਰ ਬੇਦੀ ਸਾਹਿਬ ਨੂੰ ਵੀ ਇਹ ਗੱਲ ਕਹਾਂਗਾ ਕਿ ਸੈਨੀਟਾਈਜ਼ਰ ਦਾ ਇੰਨਾ ਜ਼ਿਆਦਾ ਮਿਸਯੂਜ਼ ਹੋਇਆ ਜਦੋਂ ਇਹ ਐਡੀ ਐਡ ਆ ਗਈ ਕਿ ਲੈ ਜੀ ਸੈਨੀਟਾਈਜ਼ਰ ਕਰਨਾ। ਲੋਕ ਖੇਤਾਂ 'ਚ ਤੁਰੇ ਫਿਰਦੇ ਆ, ਆਪਣੇ ਘਰ ਪਿੰਡ 'ਚ ਬੈਠੇ ਆ, ਨਾ ਕੋਈ ਬਾਹਰੋਂ ਆਇਆ ਨਾ ਕੋਈ ਅੰਦਰੋਂ ਆਇਆ, ਔਰ ਤੁਸੀਂ ਸੈਨੀਟਾਈਜ਼ਰ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਯੂਜ਼ ਕਰੀ ਜਾ ਰਹੇ ਹੋ। ਨਹੀਂ, ਇਸ ਤਰ੍ਹਾਂ ਨਹੀਂ ਹੈ। ਸੋ ਸਕਿਨ ਪ੍ਰੋਬਲਮ ਕਿੰਨੀ ਹੋਈ ਹੈ ਅਸੀਂ ਸਭ ਜਾਣਦੇ ਹਾਂ। ਹਾਂਜੀ, ਨਹੀਂ ਮੈਂ ਉਹਦੀਆਂ ਪ੍ਰੋਬਲਮਸ, ਉਹਦੀਆਂ ਮਲਟੀਪਲ ਪ੍ਰੋਬਲਮਸ ਨੇ। ਸੈਨੀਟਾਈਜ਼ਰ ਜਿਹੜਾ ਹੈਗਾ ਉਹ ਸਾਬੁਨ ਜਿਹੜਾ ਹੈਗਾ ਉਹ ਇਕੁਅਲੀ ਇਫੈਕਟਿਵ ਹੈ, ਮਗਰ ਮੈਂ ਫਿਰ ਇੱਥੇ ਕੁਐਸਚਨ ਕਰਨਾ ਚਾਹੂੰਗਾ ਕਿ ਲੋਕਡਾਊਨ ਜਿਹੜਾ ਹੈਗਾ ਸਰਕਾਰ ਘਟਾਦੀ ਪਈ ਹੈ, ਆਪਣੇ ਦਿਮਾਗ ਤੋਂ ਲੋਕਡਾਊਨ ਨੂੰ ਨਹੀਂ ਘਟਾਣਾ। I still want to be conservative, ਔਰ ਮੈਂ ਲੋਕਾਂ ਨੂੰ ਇਹੀ ਹਿਦਾਇਤ ਦੇਣਾ ਚਾਹੁੰਦਾ ਡਾਕਟਰ ਹੋਣ ਦੇ ਨਾਤੇ ਕਿ ਵਾਚ ਕਰੋ ਔਰ ਦੇਖੋ ਕਿ ਅੱਗੇ ਜਿਹੜੀ ਹੈਗੀ ਹੈ, ਕਿਉਂਕਿ ਕੇਸਿਸ ਵੱਧਦੇ ਪਏ ਨੇ, ਲੋਕਡਾਊਨ ਵਧੇਗਾ, ਹਸਪਤਾਲ ਵੀ ਖੁੱਲ ਗਏ ਨੇ ਔਰ ਆਫਿਸਿਸ ਵੀ ਖੁੱਲ ਗਏ ਨੇ, ਬਾਜ਼ਾਰ ਵੀ ਖੁੱਲ ਗਏ ਨੇ, ਔਰ ਐਸਿਮਟੋਮੈਟਿਕ ਕੇਸਿਸ ਵੀ ਜਿਹੜੇ ਹੈਗੇ ਨੇ। ਹੈਰਾਨਗੀ ਤਾਂ ਉਦੋਂ ਹੁੰਦੀ ਹੈ ਬੇਦੀ ਸਾਹਿਬ ਜਦੋਂ ਅੱਧੇ ਤੋਂ ਜ਼ਿਆਦਾ ਜਣਿਆਂ ਨੇ ਮਾਸਕ ਨਹੀਂ ਪਾਇਆ ਹੁੰਦਾ। ਹੈਰਾਨਗੀ ਤਾਂ ਉਦੋਂ ਹੁੰਦੀ ਹੈ ਹਜੇ ਵੀ, ਕਿ ਜ਼ਰੂਰੀ ਨਹੀਂ ਹੈ ਕਿ ਕੀ ਲੱਗਦਾ ਮਤਲਬ। ਸੋ ਯੂ ਹੈਵ ਟੂ ਆਰ ਔਨ ਦ ਸੇਫਰ ਸਾਈਡ। ਜੇ ਮੈਂ ਕਹਾਂਗਾ ਕਿ 2 ਗੱਲਾਂ ਹੈ ਕਿ ਮਾਸਕ ਪਾਓ ਜਾਂ ਨਾ ਪਾਓ, ਉਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਮਾਸਕ ਨਾ ਪਾਓ। ਹਾਂ, ਡਾਕਟਰ ਸਾਹਿਬ ਨੇ ਬਿਲਕੁਲ ਠੀਕ ਕਿਹਾ ਕਿ ਘਰ ਵਿੱਚ ਮਾਸਕ ਪਾਉਣ ਦੀ ਕੋਈ ਲੋੜ ਨਹੀਂ ਹੈ, ਮਗਰ ਘਰ ਤੋਂ ਬਾਹਰ ਜਾਓਗੇ ਤੇ ਮਾਸਕ ਪਾਓ। ਔਰ ਕਿਉਂਕਿ ਇਹ ਸਿੰਪਟੋਮੈਟਿਕ ਕੇਸਿਸ, ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਵੀ ਅੱਜ ਕੋਰੋਨਾ ਨਾਲ ਇਨਫੈਕਟਡ ਹੋਵਾਂ ਔਰ ਇਹ ਸਿੰਪਟੋਮੈਟਿਕ ਹੋਵਾਂ। ਸੋ ਮੇਰੀ ਜ਼ਿੰਮੇਵਾਰੀ ਬਣਦੀ ਹੈ ਨਾਗਰਿਕ ਹੋਣ ਦੇ ਨਾਤੇ ਕਿ ਮੈਂ ਐਟਲੀਸਟ ਜਦੋਂ ਬਾਹਰ ਜਾਵਾਂ ਤੇ ਮੈਂ ਇਸ ਹਾਲਾਤ ਵਿੱਚ ਨਾ ਹੋਵਾਂ ਕਿ ਮੈਂ ਲੋਕਾਂ ਨੂੰ ਇਨਫੈਕਟ ਕਰ ਸਕਾਂ। ਸੋ ਹਾਲਾਂਕਿ ਚਰਚਾ ਆਪਣੀ ਜਿਹੜੀ ਹੈ ਮੌਸਮ ਤੇ ਹੈਗੀ ਹੈ, ਹਾਂਜੀ ਗਰਮੀ ਤੇ ਹੈ, ਪਰ ਕਿਤੇ ਨਾ ਕਿਤੇ ਸਵਾਲ ਜਦੋਂ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਥੋੜਾ ਜਿਹਾ ਉਸ ਤੇ ਚਰਚਾ ਜ਼ਰੂਰ ਬਣਦੀ। ਮੁਲਤਾਨੀ ਸਾਹਿਬ, ਅਗਰ ਗੱਲ ਕਰੀਏ ਤਾਂ ਕਿਹਾ ਜਾਂਦਾ ਕਿ ਛਿੱਕ ਜਦੋਂ ਆਉਂਦੀ ਹੈ ਤਾਂ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਹੈ, ਪਰ ਅੱਜ ਕੱਲ੍ਹ ਥੋੜਾ ਬਹੁਤ ਜਿਹੜਾ ਉਹ ਚੱਲਦਾ ਰਹਿੰਦਾ ਹੈ। ਇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਮਤਲਬ ਜਿਹੜੇ ਲੋਕ ਨੇ ਆਪ ਵੇਖ ਸਕਦੇ ਨੇ, ਹਾਲਾਂਕਿ ਇਹ ਕੁਐਸਚਨ ਜਿਹੜਾ ਬਹੁਤ ਸ਼ੁਰੂਆਤ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਕੋਰੋਨਾ ਨਵੀਂ ਬਿਮਾਰੀ ਆਈ ਸੀ, ਪਰ ਹੁਣ ਫਿਰ ਤੋਂ ਮੈਂ ਪੁੱਛਾਂਗੀ ਤੁਹਾਡੇ ਤੋਂ। ਨਹੀਂ, ਛਿੱਕਾਂ ਜਿਹੜੀਆਂ ਹੈਗੀਆਂ ਨੇ, ਪਹਿਲੀ ਗੱਲ ਤਾਂ ਇਹ ਹੈਗਾ ਕਿ ਜਦੋਂ ਜਿਸ ਟਾਈਮ ਤੇ ਸੀਜ਼ਨ ਚੇਂਜ ਹੁੰਦਾ ਹੈ ਉਦੋਂ ਵੈਸੇ ਵੀ ਕਈ ਸਾਰੇ ਲੋਕਾਂ ਨੂੰ ਵੈਸੇ ਐਲਰਜੀ ਹੁੰਦੀ ਹੈ। ਅਦਰਵਾਈਜ਼ ਤੁਹਾਡਾ ਮੌਸਮ ਦਾ ਚੇਂਜ ਪਲੱਸ ਤੁਹਾਡਾ ਫਲਾਵਰਿੰਗ ਸੀਜ਼ਨ ਪਲੱਸ ਦੂਸਰਾ ਸੀਜ਼ਨ, ਉਹਦੇ 'ਚ ਕਈ ਸਾਰੇ ਜਿਹੜੇ ਹੈਗੇ ਨੇ ਇਹ ਪੋਲਨ ਗ੍ਰੇਨਸ ਜਿਹੜੇ ਹੈਗੇ ਨੇ, ਇਹਨਾਂ ਦੀ ਐਲਰਜੀ ਹੁੰਦੀ ਹੈ ਕਈ ਵਾਰੀ। ਤੇ ਛਿੱਕ ਵੱਜਦੀ ਹੈ ਤਾਂ ਇਹ ਗੱਲ ਕਹੀ ਗਈ ਸੀ ਕਿ ਛਿੱਕ ਜਿਹੜੀ ਹੈਗੀ ਹੈ, ਜਿਸ ਤਰ੍ਹਾਂ ਨਾਰਮਲੀ ਆਪਾਂ ਕਰਦੇ ਹਾਂ ਤਾਂ ਆਪਾਂ ਦੋਵੇਂ ਹੱਥ ਜਿਹੜੇ ਹੈਗੇ ਨੱਕ ਤੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਇੱਕ ਹੱਥ ਰੱਖਣ ਦੀ, ਇਸ ਤਰ੍ਹਾਂ ਨਾ ਕਰੋ। ਉਸ ਨੂੰ ਆਪਾਂ ਇਹ ਮੰਨ ਕਰਦੇ ਹਾਂ ਕਿ ਆਪਾਂ ਇਦਾਂ ਕਰਨਾ, ਤਾਂ ਛਿੱਕ ਜਿਹੜੀ ਹੈਗੀ ਹੈ ਉਹ ਐਲਬੋ ਤੇ ਕਰੋ, ਤਾਂ ਕਿ ਉਹ ਸਿੱਧਾ ਤੁਹਾਡੇ, ਕਿਉਂਕਿ ਇਸ ਗੱਲ ਨੂੰ ਆਪਾਂ ਮੰਨ ਲਿਆ ਸੀਗਾ ਕਿ ਇਹ ਵਾਇਰਸ ਜਿਹੜੀ ਹੈਗੀ ਹੈ
ਇਹ ਹੱਥ ਤੇ ਰਾਹੀਂ ਟੱਚ ਹੋ ਕੇ ਤੁਹਾਡੀ ਨੱਕ ਮੂੰਹ ਔਰ ਅੱਖਾਂ ਦੇ ਰਾਹੀਂ ਫੈਲਦੀ ਹੈ। ਜੀ ਤਾਂ ਸੋ ਉੱਥੇ ਤੁਹਾਡੀ ਜਿਹੜੀ ਹੈਗੀ ਛਿੱਕ ਅਗਰ ਮੰਨ ਵੀ ਲਓ ਤਾਂ ਉਹਦੇ 'ਚ ਕੋਈ ਵਾਇਰਸ ਹੈਗੀ ਹੈ। ਅਗਰ ਉਹ ਸਿੱਧੇ ਤੌਰ ਤੇ ਤੁਹਾਡੇ ਹੱਥ ਤੇ ਨਹੀਂ ਹੈਗੀ, ਤੁਸੀਂ ਕਿਸੇ ਦੇ ਨਾਲ ਕਿਸੇ ਚੀਜ਼ ਨੂੰ ਟੱਚ ਕਰ ਲਿਆ ਤਾਂ ਉਹ ਠੀਕ ਹੈ ਇਹ ਸੋਸ਼ਲ ਪ੍ਰੀਕਾਸ਼ਨਸ ਹੈਗੇ ਨੇ ਜਿਹੜੀ ਆਪਾਂ ਲੈਣੀਆਂ ਹੁੰਦੀਆਂ। ਸੋ ਛਿੱਕ ਜਿਹੜੀ ਹੈਗੀ ਆ ਉਹ ਯਾਦ ਕਰਦਾ ਹੈ। ਅੱਜ ਦੀ ਡੇਟ 'ਚ ਤਾਂ ਕਰੋਨਾ ਹੀ ਯਾਦ ਕਰੇਗਾ, ਇਸ ਗੱਲ ਨੂੰ ਯਾਦ ਤੱਕ ਲੈਣਾ ਚਾਹੀਦਾ। ਥੋੜਾ ਲੋਕਾਂ ਨੂੰ ਇਸ ਗੱਲ ਵਾਸਤੇ ਅਵੇਅਰ ਰਹਿਣਾ ਪਏਗਾ। ਇਹ ਜਿਹੜਾ ਲੋਕਡਾਊਨ ਦੀ ਡਾਕਟਰ ਬੇਦੀ ਨੇ ਵੀ ਗੱਲ ਕੀਤੀ ਹੈ ਕਿ ਆਪਾਂ ਲੋਕਡਾਊਨ ਜਿਹੜਾ ਹੈਗਾ ਜੇ ਘਟ ਰਿਹਾ ਹੈ, ਲੇਕਿਨ ਸੋਸ਼ਲ ਲੋਕਡਾਊਨ ਨਹੀਂ ਘਟੇਗਾ। ਮੈਂ ਤਾਂ ਇਸ ਤੱਕ ਵੀ ਬਾਰ-ਬਾਰ ਅੱਗੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਲੋਕਡਾਊਨ ਹੈਗਾ ਸੋਸ਼ਲ, ਜੇ ਲੋਕ ਇਸ ਨੂੰ ਆਪਣੀ ਲਾਈਫ ਦੇ ਵਿੱਚ ਅਪਣਾ ਲੈਣ, ਜਿੱਥੇ ਇਹ ਬਹੁਤ ਸਾਰੇ ਇਕੱਠ ਕਰਦੇ ਸੀਗੇ ਵਿਆਹਾਂ ਸ਼ਾਦੀਆਂ ਤੇ ਦੂਜਿਆਂ ਤੇ, ਇਹ ਸੋਸ਼ਲ ਲੋਕਡਾਊਨ ਤਾਂ ਸਾਰੀ ਉਮਰ ਵਾਸਤੇ ਸੰਭ ਲਿਆ ਜਾਵੇ ਤਾਂ ਇੰਡੀਆ ਦਾ ਬਹੁਤ ਵੱਡਾ ਜਿਹੜਾ ਹੈਗਾ ਉਹ ਫਾਇਦਾ ਹੋ ਸਕਦਾ। ਖੁੱਲੇ ਦੇ ਵਿੱਚ ਕਿਤੇ ਵੀ ਥੁੱਕ ਦੇਣਾ, ਕਈ ਬੁਰੀਆਂ ਆਦਤਾਂ ਛੁੱਟੀਆਂ ਨੇ ਜਿਸ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਹਾਲਾਤ ਜਿਹੜੇ ਨੇ ਉਹ ਹੁਣ ਬਹੁਤ ਬਿਹਤਰ ਹੋ ਗਏ ਨੇ। ਹਾਂ ਠੀਕ ਹੈ, ਮੈਂ ਤੁਹਾਡੇ ਕੋਲ ਆਵਾਂਗੀ ਮਨਮੋਹਨ ਸਿੰਘ ਜੀ। ਸੋਸ਼ਲ ਲੋਕਡਾਊਨ ਠੀਕ ਹੈ, ਆਨੀ ਹੈ ਮੈਂ ਤੁਹਾਡੇ ਕੋਲ ਮੁਲਤਾਨੀ ਸਾਹਿਬ, ਇਸ ਤੋਂ ਬਾਅਦ ਆਨੀ ਆ। ਜ਼ਿਕਰ ਕਰੀਏ, ਅਗਰ ਮੈਂ ਵੈਦਰ ਦੇ ਬਾਰੇ ਜ਼ਿਕਰ ਥੋੜਾ ਜਿਹਾ ਕਰਨਾ ਚਾਹਾਂਗੀ। ਹੁਣ ਪਿਛਲੇ ਸਾਲ ਦੇ ਮੁਕਾਬਲੇ ਅੱਜ ਦੇ ਅਗਰ ਇਸ ਸਾਲ ਦੀ ਗੱਲ ਕਰੀਏ ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਹੈਗਾ ਅਸਰ ਜਿਹੜਾ ਹੈ ਉਹ ਵੱਖਰਾ ਹੈਗਾ? ਮੌਸਮ ਦੀ ਗੱਲ ਕਰਦੇ ਹਾਂ ਤਾਂ ਖਾਸ ਤੌਰ ਤੇ। हाँ, मौसम की अगर देखें तो जो पिछले साल के मुकाबले जो पहले जो महीने रहे हैं, मार्च और अप्रैल जो महीना रहा, उसके विच जो टेम्परेचर है वो कंपैरेटिवली इस बार कम रहे और इस बार बारिश भी ज्यादा रही। मतलब जो टेम्परेचर घट होने का जो कारण है, हम सीधा ये नहीं कहेंगे कि भी लॉकडाउन की वजह से नाल टेम्परेचर जो है वो घट रहे, लेकिन इस बार थोड़ी जो बारिश है वो ज्यादा रही, बारिश ज्यादा रही, क्लोडीनेस ज्यादा रही, जिसके कारण जो है वो इस बार टेम्परेचर घट रहे। लेकिन हुण जिस तरह 15 मई तो बाद टेम्परेचर वध रहे हैं ਤੇ ਹੁਣ ਜਿਹੜੇ ਟੈਂਪਰੇਚਰ ਆ ਪਿਛਲੇ ਸਾਲਾਂ ਦੇ ਮੁਕਾਬਲੇ ਇੱਕ ਤਰ੍ਹਾਂ ਇਕੁਇਵਲੈਂਟ ਜੇ ਪਹੁੰਚ ਚੁੱਕੇ हैं। गर्मी जो है वो काफी बढ़ी हुई है, खास करके जो दिन तो, लेकिन वो 4-5 दिन तो पहले अगर 15 मई तक गल करें तो जो उत्तर भारत ਦੇ ਵਿੱਚ गर्मी जो वो बहुत ज्यादा नहीं सी, लेकिन बाकी जो इलाके से सेंट्रल इंडिया सी या बाकी ਜਿਹੜਾ साउथ इंडिया सी ਉੱਥੇ जो टेम्परेचर जो ज्यादा ਚੱਲ ਰਿਹਾ ਸੀ। ਜੀ ਸੋ ਕਿਤੇ ਨਾ ਕਿਤੇ ਬੇਦੀ ਸਾਹਿਬ ਅਗਰ ਗੱਲ ਕਰੀਏ ਤਾਂ ਹਾਲਾਂਕਿ ਇਲਾਕੇ ਦੇ ਵਾਈਜ਼ ਅਸੀਂ ਉਸ ਨੂੰ ਡਿਫਾਈਨ ਨਹੀਂ ਕਰ ਸਕਦੇ ਕਿ ਕਿੱਥੇ ਕਿੰਨਾ ਜ਼ਿਆਦਾ ਮਾਮਲੇ ਨੇ, ਉਹ ਖੈਰ ਜਿਹੜਾ ਡਿਪੈਂਡ ਕਰਦਾ ਹੈਗਾ ਉੱਥੇ ਦੇ ਹਾਲਾਤਾਂ ਤੇ ਕਿ ਕਿੰਨੇ ਕੁ ਲੋਕ ਉੱਥੇ ਵਾਇਰਸ ਦੇ ਵਿੱਚ ਚਪੇਟ 'ਚ ਆ ਰਹੇ ਨੇ। ਪਰ ਅਗਰ ਕੁੱਲ ਮਿਲਾ ਕੇ ਹੁਣ ਦੇ ਹਾਲਾਤਾਂ ਦੀ ਗੱਲ ਕਰਦੇ ਤਾਂ ਮੌਸਮ ਨੂੰ ਲੈ ਕੇ ਫਿਰ ਤੋਂ ਮੈਂ ਉਹੀ ਸਵਾਲ ਪੁੱਛਾਂਗੀ। ਜਿਵੇਂ ਗਰਮ ਪਾਣੀ ਦੀ ਗੱਲ ਚੱਲ ਰਹੀ ਹੈ ਕਿ ਗਰਮ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ, ਪਰ ਹੁਣ ਜਿਵੇਂ ਗਰਮੀ ਵਧੇਗੀ ਤਾਂ ਫਿਰ ਅਸੀਂ ਕਿਸ ਤਰ੍ਹਾਂ ਦੇ ਨਾਲ ਇਸ ਨੂੰ ਕੰਟਰੋਲ ਕਰ ਸਕਾਂਗੇ ਜੇਕਰ ਇਸ ਦਾ ਕੋਈ ਲਿੰਕ ਹੀ ਨਹੀਂ ਹੈਗਾ ਮੌਸਮ ਦੇ ਨਾਲ? ਸੋ ਕਿਤੇ ਨਾ ਕਿਤੇ ਥੋੜਾ ਜਿਹਾ ਸੰਪਰਕ ਟੁੱਟਦਾ ਨਜ਼ਰ ਆਇਆ। ਮੁਲਤਾਨੀ ਸਾਹਿਬ, ਇਸ ਤੇ ਤੁਹਾਡੇ ਤੋਂ ਹੀ ਪੁੱਛਾਂਗੀ ਮੈਂ ਜੋ ਇਹ ਸਵਾਲ ਕੀਤਾ ਹੈਗਾ। ਹਾਂਜੀ ਦੇਖੋ, ਇਸ ਤਰ੍ਹਾਂ ਹੈਗਾ ਕਿ ਗਰਮ ਪਾਣੀ, ਫਿਰ ਸਵਾਲ ਉੱਥੇ ਹੀ ਪੈਦਾ ਹੋਣਾ ਹੈ ਕਿ ਆਪਾਂ ਨਾਰਮਲ ਬੰਦੇ ਦੀਆਂ ਗੱਲਾਂ ਕਰ ਰਹੇ ਹਾਂ ਜਾਂ ਆਪਾਂ ਕਿਸੇ ਉਸ ਬੰਦੇ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਇਹ ਪ੍ਰੋਬਲਮ ਆਈ ਹੈ। ਸੋ ਜੇ ਨਾਰਮਲ ਬੰਦੇ ਨੂੰ ਤੁਸੀਂ ਜਿਵੇਂ ਬਾਰ-ਬਾਰ ਇਹ ਗੱਲ ਆਈ ਸੀ ਕਿ ਨਮਕ ਦੇ ਗਰਾਰੇ ਕਰ ਲਓ ਜੀ, ਮੈਂ ਇਸ ਕਰਕੇ ਸਵਾਲ ਕਰ ਰਹੀ ਮੁਲਤਾਨ ਸਾਹਿਬ ਕਿਉਂਕਿ ਬਹੁਤ ਕੁਝ ਆ ਰਿਹਾ ਸੀ ਸੋਸ਼ਲ ਮੀਡੀਆ ਤੇ। ਅਗਰ ਮੈਂ ਸ਼ੁਰੂਆਤ ਦੀ ਗੱਲ ਕਰਾਂ, ਇੱਕ ਛੋਟਾ ਜਿਹਾ WhatsApp ਤੇ ਇੱਕ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕੋਰੋਨਾ ਵਾਇਰਸ 4 ਦਿਨ ਤੱਕ ਗਲੇ ਦੇ ਵਿੱਚ ਰਹਿੰਦਾ ਹੈ ਔਰ ਅਗਰ ਅਸੀਂ ਗਰਾਰੇ ਕਰਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਔਰ ਗਰਮ ਪਾਣੀ ਪੀਂਦੇ ਹਾਂ ਤਾਂ ਆਟੋਮੈਟਿਕਲੀ ਉਹ ਖਤਮ ਹੋ ਜਾਏਗਾ। ਮਤਲਬ ਉਹ ਕੀ ਫੇਕ ਸੀਗਾ ਜਾਂ ਕੁਝ ਅਜ਼ੰਪਸ਼ਨਸ ਨੇ ਜਾਂ ਕੁਝ ਇਸ ਤਰ੍ਹਾਂ ਦਾ ਹੈ ਹੀ ਨਹੀਂ ਹੈ, ਇਸ ਕਰਕੇ ਸਵਾਲ ਕੀਤਾ। ਨਹੀਂ, ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਚੀਜ਼ ਤੁਹਾਡੇ ਸਿਸਟਮ ਦੇ ਵਿੱਚ ਅੰਦਰ ਐਂਟਰ ਕਰਦੀ ਹੈ, ਹਾਂਜੀ, ਉਹਦੀ ਜਿਹੜੇ ਐਂਟਰੀ ਪੁਆਇੰਟ ਹੈਗੀ ਆ ਉਸ ਨੂੰ ਕੁਝ ਟਾਈਮ ਤਾਂ ਲੱਗਦਾ ਹੈ ਉੱਥੇ ਡਿਵੈਲਪ ਹੋਣ ਲੱਗਿਆ, ਫਿਰ ਹੀ ਉਹ ਅੱਗੇ ਜਿਹੜਾ ਸਿਸਟਮ ਦੇ ਵਿੱਚ ਜਾਂਦੀ ਹੈ। ਫਿਰ ਅਗਲਾ ਹੈਗਾ ਕਿ ਤੁਹਾਡੀ ਬਾਡੀ ਦੇ ਵਿੱਚ ਡਿਫੈਂਸ ਸਿਸਟਮ ਕਿੰਨਾ ਤਗੜਾ ਹੈਗਾ, ਉਸ ਨੂੰ ਉੱਥੇ ਰੋਕਣਾ। ਪਲੱਸ ਅਗਰ ਜਿਸ ਤਰ੍ਹਾਂ ਆਪਾਂ ਲੋਕਲ ਗੱਲ ਕੀਤੀ, ਜਿਵੇਂ ਨਾਰਮਲ ਆਪਾਂ ਹੁੰਦਾ ਕਿ ਗਲਾ ਖਰਾਬ ਹੋਵੇ ਤਾਂ ਆਪਾਂ ਕਹਿੰਦੇ ਗਰਾਰੇ ਕਰ ਲਓ, ਇਹ ਗੱਲ ਆਪਾਂ ਨਾਰਮਲ ਕਹਿੰਦੇ ਆ। ਔਰ ਇਹ ਗੱਲ ਠੀਕ ਵੀ ਹੈ, ਇੱਥੇ ਵੀ ਇਹੀ ਗੱਲ ਆਏਗੀ। ਅਗਰ ਵਾਇਰਸ ਜਿਹੜੀ ਹੈਗੀ ਹੈ, ਤੁਹਾਡੀ ਬਾਡੀ ਦੀ ਇਮਿਊਨਿਟੀ ਠੀਕ ਹੈਗੀ ਹੈ, ਵਾਇਰਸ ਦੀ ਘੱਟ ਐਂਟਰੀ ਹੋਈ ਹੈ, ਤੁਸੀਂ ਗਰਾਰੇ ਕਰ ਲਏ, ਲੇਕਿਨ ਆਪਾਂ ਬਾਰ-ਬਾਰ ਇਹ ਵਰਡ ਯੂਜ਼ ਕਰਕੇ ਕਿ ਤੁਸੀਂ ਨਮਕ ਵਾਲਾ ਪਾਣੀ ਪੀ ਜਾਓ ਜੀ, ਤੁਸੀਂ ਗਰਮ, ਉਹ ਆਮ ਬੰਦੇ ਵਾਸਤੇ ਨਹੀਂ ਹੈ। ਅੱਛਾ, ਇਹ ਜੇ ਉਸ ਬੰਦੇ ਨੂੰ ਹੈ ਜਿਸ ਨੂੰ ਫਲੂ ਲਾਈਕ ਸਿੰਪਟਮ ਹੋਈ ਹੈ, ਜ਼ਿਆਦਾ ਨਮਕ ਵਾਲਾ ਪਾਣੀ ਬੀਪੀ ਹਾਈ ਕਰ ਦਿੰਦਾ ਹੈ, ਜਿੱਥੇ ਤੱਕ ਮੇਰੀ ਜਾਣਕਾਰੀ ਹੈ। ਹਾਂਜੀ,
ਹਾਂ ਬੀਪੀ ਵੀ ਹਾਈ ਕਰੇਗਾ, ਐਸਿਡਿਟੀ ਵੀ ਕਰੇਗਾ, ਜਿਹੜੀ ਸਭ ਤੋਂ ਵੱਡੀ ਫਿਰ ਪ੍ਰੋਬਲਮ ਬਣੇਗੀ ਤੁਹਾਡੇ ਵਾਸਤੇ। ਨਹੀਂ ਇਸ ਕਰਕੇ ਦੋ ਮੈਂ ਬਾਰ-ਬਾਰ ਰਿਪੀਟ ਵਰਡ ਕਰਾਂਗਾ ਕਿ ਪੇਸ਼ੈਂਟ ਤੇ ਨਾਰਮਲ ਇਹ ਦੋ ਗੱਲਾਂ ਨੂੰ ਆਪਾਂ ਨੂੰ ਵੱਖਰਾ ਕਰਕੇ ਦੇਖਣਾ ਪਏਗਾ। ਘਰ ਨੂੰ ਵੱਖਰੇ ਤੌਰ ਤੇ ਦੇਖਣਾ ਪਏਗਾ, ਪਬਲਿਕ ਪਲੇਸ ਨੂੰ ਵੱਖਰੇ ਤੌਰ ਤੇ ਦੇਖਣਾ ਪਏਗਾ। ਜੇ ਤਾਂ ਲੋਕ ਇਸ ਗੱਲ ਨੂੰ ਸਮਝਣਗੇ ਫਿਰ ਤਾਂ ਆਪਣੇ ਵਾਸਤੇ ਸੌਖਾ ਹੋਣ ਦੀ ਘੜੀ। ਜੇ ਆਪਾਂ ਉਹ ਜੋ ਪਬਲਿਕ ਵਿੱਚ ਕੀਤਾ ਉਹੀ ਘਰ ਕਰਨ ਲੱਗੇ, ਜਾਂ ਜੋ ਕਰਨ ਲੱਗੇ ਉਹੀ ਪਬਲਿਕ 'ਚ ਕਰਨ ਲੱਗੇ। ਜਿਸ ਤਰ੍ਹਾਂ ਮੈਂ ਬਾਰ-ਬਾਰ ਇੱਕ ਵਰਡ ਬੜਿਆ ਹੈਗਾ ਕਿ ਜੇ ਆਫਿਸ ਵਾਲੀ ਕੁਰਸੀ ਘਰ ਚੁੱਕ ਕੇ ਲੈ ਕੇ ਆਓ ਨਾ ਤੁਸੀਂ ਆਪਣੇ, ਤੇ ਇਹਦਾ ਮਤਲਬ ਤੁਹਾਡੇ ਘਰ ਲੜਾਈ ਖਤਮ ਨਹੀਂ ਹੋ ਸਕਦੀ ਕਦੀ ਵੀ, ਕਿਉਂਕਿ ਆਫਿਸ ਦੀਆਂ ਕੁਝ ਹੋਰ ਕੰਡੀਸ਼ਨਸ ਹੁੰਦੀਆਂ ਨੇ। ਇੱਕ ਗੱਲ ਮੈਂ ਤੁਹਾਨੂੰ ਹੋਰ ਐਡ ਅਪ ਕਰਾਂਗਾ ਕਿ ਜਿੱਥੇ ਆਪਾਂ ਇਹ ਗੱਲ ਕਹੀ ਸੀ ਕਿ ਆਪਾਂ ਖਾਣ ਪੀਣ ਤੇ ਰਿਸਟ੍ਰਿਕਸ਼ਨ ਲਾਣੀਆਂ ਨੇ, ਉਹਦੇ 'ਚ ਜਿਹੜੇ ਡਾਈਟੀਸ਼ੀਅਨ ਹੈਗੇ ਨੇ, ਡਾਈਟ ਦੀ ਜਿਹੜੀ ਬਹੁਤ ਵੱਡੀ ਬੁੱਕ ਹੈ, ਉਹਦਾ ਪਹਿਲਾ ਜਿਹੜਾ ਜਿਹਨੂੰ ਆਪਾਂ ਮੰਤਰ ਕਹਿੰਦੇ ਆ, ਪਹਿਲਾ ਮੰਤਰ ਉਹ ਹੈਗਾ ਕਿ ਇਫ ਯੂ ਸਟਾਰਟ ਕਾਊਂਟਿੰਗ ਐਵਰੀ ਗ੍ਰੇਨ ਆਫ ਯੂਅਰ ਡਾਈਟ you are in for a very big trouble। ਅੱਜ ਵੀ ਯਾਦ ਰੱਖ ਲਓ, ਆ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਹੈ। ਠੀਕ ਹੈ, ਇਹਦੇ ਇਸ ਕਰਕੇ ਹੈਗਾ ਕਿ ਇਤਾਅਤ ਵਰਤੋ, ਲੇਕਿਨ ਉਦੋਂ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਵਿੱਚ, ਨਹੀਂ ਤਾਂ ਤੁਸੀਂ ਆਪਣੀ ਨਾਰਮਲ ਡਾਈਟ ਹੀ ਖਰਾਬ ਕਰ ਲਈ ਤੇ ਤੁਹਾਡਾ ਤਾਂ ਸਾਰਾ ਸਿਸਟਮ ਖਰਾਬ ਹੋ ਜਾਣਾ ਅੰਦਰੋਂ ਵਿੱਚ। ਅੱਛਾ, ਸੋ ਇਸ ਕਰਕੇ ਪੇਸ਼ੈਂਟ ਤੇ ਨਾਰਮਲ ਬੰਦਾ ਵੱਖਰਾ ਦਿਖਣਾ। ਠੀਕ ਹੈ, ਐਕਸਟਰਾ ਜਿਹੜਾ ਕੁਝ ਨਹੀਂ ਲੈਣਾ ਚਾਹੀਦਾ। ਮਤਲਬ ਬੇਦੀ ਸਾਹਿਬ ਤੁਸੀਂ ਕੁਝ ਕਹਿ ਵੀ ਰਹੇ ਸੀ, ਮੈਂ ਕੁਝ ਐਡ ਆਨ ਵੀ ਕਰ ਦਿੰਨੀ ਆ ਉਸ 'ਚ। ਜਿਵੇਂ ਸਲਾਦ ਦੀ ਗੱਲ ਕਰੀਏ, ਅੱਜ ਕੱਲ ਖੀਰੇ ਹੋ ਗਏ ਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਲਾਦ ਨੇ ਜੋ ਕਾਫੀ ਜ਼ਿਆਦਾ ਇਫੈਕਟਿਡ ਹੁੰਦੇ ਨੇ। ਸੋ ਉਸ ਨੂੰ ਲੈ ਕੇ ਵੀ ਅਗਰ ਆਪਾਂ ਡਾਈਟ ਦੀ ਗੱਲ ਕਰਦੇ ਹਾਂ ਤਾਂ ਬਹੁਤ ਚੰਗਾ ਹੋਏਗਾ। ਮਤਲਬ ਅੱਜ ਦੀ ਅਗਰ ਮੌਜੂਦਾ ਸਥਿਤੀ ਦੀ ਗੱਲ ਕਰੀਏ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਮੁਲਤਾਨੀ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਗਰ ਆਪਣੀ ਨਾਰਮਲ ਡਾਈਟ ਚੱਲਦੀ ਰਹੇਗੀ ਤਾਂ ਬਿਹਤਰ ਹੈਗੀ ਹੈ। ਐਕਸਟਰਾ ਜੇਕਰ ਕੁਝ ਬਰਡਨ ਦੇਣੇ ਬਾਡੀ ਨੂੰ ਤਾਂ ਖਰਾਬ ਕਰੇਗਾ। ਹਾਂ, ਇਸੀ ਬਿਲਕੁਲ ਡਾਕਟਰ ਸਾਹਿਬ ਨੇ ਠੀਕ ਗੱਲ ਕੀਤੀ ਹੈ ਕਿ ਨਾਰਮਲ ਜਿਹੜਾ ਸਾਡਾ ਖਾਣਾ ਹੈਗਾ ਉਹਦੇ ਵਿੱਚ ਹੀ ਅਸੀਂ ਰਹੀਏ ਸੀਮਤ, ਔਰ ਐਕਸਟਰਾ ਕੁਝ ਕਰਨ ਦੀ ਲੋੜ ਨਹੀਂ ਹੈ। ਮਗਰ ਇੱਥੇ ਮੈਂ ਦੋ ਚੀਜ਼ਾਂ ਕਹਿਣਾ ਚਾਹੂੰਗਾ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਖਾਣੇ ਪੀਣੇ ਦਾ ਕੀ ਅਸਰ ਹੈਗਾ, ਇਹ ਤੇ ਕਿਸੇ ਸਾਇੰਸ ਨੇ ਨਹੀਂ ਦੱਸਿਆ ਸਾਨੂੰ। ਮਗਰ ਇੱਕ ਚੀਜ਼ ਜਿਹੜੀ ਦੱਸੀ ਹੈ ਕਿ ਜਿੱਥੇ ਕੰਜੈਸ਼ਨ ਹੈਗੀ ਹੈ, ਤੁਸੀਂ ਦੇਖ ਲਓ ਕਿ ਅਗਰ ਧਾਰਵੀ ਦਾ ਐਗਜ਼ਾਮਪਲ ਲੈ ਲਓ, ਤਬਲੀਗੀ ਜਮਾਤ ਦਾ ਐਗਜ਼ਾਮਪਲ ਲੈ ਲਓ, ਬਾਪੂ ਧਾਮ ਚੰਡੀਗੜ੍ਹ ਦਾ ਐਗਜ਼ਾਮਪਲ ਲੈ ਲਓ, ਤੇ ਇਹ ਸਾਰੇ ਜਗ੍ਹਾ ਤੇ ਇੱਕ ਚੀਜ਼ ਸਾਹਮਣੇ ਆਉਂਦੀ ਹੈ, ਜਿੱਥੇ ਕੰਜੈਸ਼ਨ ਹੈਗੀ ਹੈ, ਜਿੱਥੇ ਲੋਕ ਜ਼ਿਆਦਾ ਨੇੜੇ ਇਕੱਠੇ ਹੋਏ ਨੇ, ਇੱਕ ਦੂਜੇ ਤੋਂ ਇਨਫੈਕਸ਼ਨ ਫੈਲਦੀ ਪਈ ਹੈ। ਉਹ ਜਿਹੜਾ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ, ਨੰਬਰ 1। ਨੰਬਰ 2 ਜਿਹੜੀ ਹੈਗੀ ਹੈ, ਮੈਂ ਇਹ ਕਹਿਣਾ ਚਾਹੂੰਗਾ ਕਿ ਡਾਇਬਟੀਜ਼ ਦੇ ਪੇਸ਼ੈਂਟ, ਜਿਹੜੇ ਹਾਈਪਰਟੈਂਸ਼ਨ ਦੇ ਪੇਸ਼ੈਂਟ ਨੇ, ਜਾਂ ਕੋਈ ਕ੍ਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਨੇ, ਉਹ ਹੁਣ ਕਿਉਂਕਿ ਲੋਕਡਾਊਨ ਖੁੱਲਿਆ ਹੋਇਆ, ਕਰਫਿਊ ਵੀ ਖੁੱਲਿਆ ਹੋਇਆ ਹੈ, ਔਰ ਮਕਸਦ ਵੀ ਇਹੀ ਸੀਗਾ ਉਹ ਆਪਣੇ ਡਾਕਟਰਾਂ ਕੋਲ ਜਾਣ, ਆਪਣਾ ਇੱਕ ਚੈੱਕਅਪ ਕਰਾਉਣ ਔਰ ਦੇਖਣ ਕਿ ਉਹਨਾਂ ਦਾ ਡਾਇਬਟੀਜ਼ ਅੰਡਰ ਕੰਟਰੋਲ ਹੈ, ਹਾਈਪਰਟੈਂਸ਼ਨ ਅੰਡਰ ਕੰਟਰੋਲ ਹੈ, ਔਰ ਉਹਨਾਂ ਦੀ ਹਾਰਟ ਦੀ ਜਾਂ ਹੋਰ ਕਿਡਨੀ ਦੀ ਪ੍ਰੋਬਲਮ ਹੈਗੀ ਹੈ। ਸੋ ਕਿਉਂਕਿ ਦੇਖਿਆ ਇਹ ਗਿਆ ਹੈ ਕਿ ਇਹ ਜਿਹੜੀ ਸੀਰੀਅਸਨੈਸ ਹੈ ਜਾਂ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਕੇਸਿਸ 'ਚ ਹੋਈਆਂ ਜਿਨ੍ਹਾਂ ਵਿੱਚ ਪੁਰਾਣੀ ਕੋਈ ਕ੍ਰੋਨਿਕ ਡਿਜ਼ੀਜ਼ ਸੀਗੀ ਜਾਂ ਜਿਹੜੇ ਲੋਕ ਸੀਗੇ ਬਹੁਤ ਏਜ ਵਾਲੇ ਸੀਗੇ। ਸੋ ਮੇਰੀ ਇਹ ਬੇਨਤੀ ਹੈਗੀ ਹੈ ਕਿ ਖਾਣ ਪੀਣ ਤੇ ਜ਼ਿਆਦਾ ਸਮਾਂ ਨਾ ਆਪਾਂ ਬਿਤਾਈਏ ਜਾਂ ਜ਼ਿਆਦਾ ਕੰਸੈਂਟਰੇਟ ਨਾ ਕਰੀਏ। ਮਤਲਬ ਬੇਦੀ ਸਾਹਿਬ ਖਾਣ ਪੀਣ ਦੀ ਸਮੱਸਿਆ ਦਿੱਕਤ ਉਦੋਂ ਹੈਗੀ ਹੈ ਉਹਨੂੰ ਜ਼ਰੂਰ ਇਲਾਜ ਕਰਾਓ ਜਦੋਂ ਬਿਮਾਰੀ ਹੋ ਜਾਂਦੀ ਹੈ, ਖਾਣਾ ਪੀਣਾ ਉਦੋਂ ਹੈ। ਠੀਕ ਹੈ ਬੇਦੀ ਸਾਹਿਬ, ਆਵਾਂਗੀ ਤੁਹਾਡੇ ਕੋਲ। ਹਾਂਜੀ ਜੀ ਮੁਲਤਾਨੀ ਸਾਹਿਬ, ਉਹੀ ਜਿਸ ਤਰ੍ਹਾਂ ਦੇ ਨਾਲ ਜ਼ਿਕਰ ਕੀਤਾ ਜਾ ਰਿਹਾ ਸੀ, ਸ਼ਾਇਦ ਖਾਣ ਪੀਣ ਦਾ ਮਸਲਾ ਉਦੋਂ ਹੋਏਗਾ ਜਦੋਂ ਦਿੱਕਤ ਹੋ ਜਾਏਗੀ ਕੋਰੋਨਾ ਦੀ, ਉਸ ਤੋਂ ਪਹਿਲਾਂ ਕੋਈ ਨਹੀਂ ਹੈ, ਜਿੱਥੇ ਤੱਕ ਮੈਨੂੰ ਹੁਣ ਤੱਕ ਜੋ ਵੀ ਤੁਸੀਂ ਗੱਲਬਾਤ ਕੀਤੀ ਉਸ ਤੋਂ ਸਮਝ ਆਇਆ। ਨਹੀਂ ਇਸ ਤਰ੍ਹਾਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੇ ਟੋਟਕਿਆਂ ਦੀ ਜਦੋਂ ਗੱਲ ਹੁੰਦੀ ਹੈ, ਕਿਹੜੀ ਚੀਜ਼ ਖਾਣੀ ਹੈ, ਕਾੜਾ ਪੀਣਾ ਹੈ, ਇਹ ਕਰਨਾ ਹੈ, ਉਹ ਕਰਨਾ ਹੈ, ਕਈ ਸਾਰੀਆਂ ਗੱਲਾਂ ਹੁੰਦੀਆਂ ਵਿੱਚ ਜਿਹੜੀਆਂ ਹੈਗੀਆਂ ਨੇ, ਇਹਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਇੱਕ ਹੈਗਾ ਪ੍ਰੋਫਿਲੈਕਸਿਸ, ਕਿ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਉਹ ਬਿਮਾਰ ਨਹੀਂ ਹੈ। ਤੁਸੀਂ ਆਪਣੀ ਬਾਡੀ ਨੂੰ ਵਧੀਆ ਸਿਹਤ ਵਾਸਤੇ, ਤੰਦਰੁਸਤ ਰੱਖਣ ਵਾਸਤੇ ਤੁਸੀਂ ਘਰ 'ਚ ਖਾਂਦੇ ਹੋ, ਕੁਝ ਵੀ ਲਵੋ, ਮੇਰੇ ਵੱਲੋਂ ਕਾੜਾ ਪੀਓ, ਮੇਰੇ ਵੱਲੋਂ ਇਮਿਊਨਿਟੀ ਬਣਾਉਣ ਵਾਲੀਆਂ ਗੋਲੀਆਂ ਖਾ ਲਓ, ਤੁਸੀਂ ਸਲਾਦ ਖਾ ਲਓ, ਕੁਝ ਵੀ ਖਾ ਲਓ। ਇਹ ਇੱਕ ਇਸ਼ੂ ਹੁੰਦਾ ਹੈ ਜਦੋਂ ਤੁਸੀਂ ਠੀਕ ਹੋ, ਕੁਝ ਵੀ ਖਾਓ, ਕੋਈ ਪ੍ਰੋਬਲਮ ਨਹੀਂ ਹੈ ਕਿਸੇ ਕਿਸਮ ਦੀ। ਇਹ ਜਿਹੜੀਆਂ ਬਾਕੀ ਪੈਥੀਸ ਦੀ ਗੱਲ ਹੋਈ ਸੀ ਕਿ ਅਸੀਂ ਤੁਹਾਡੀ ਇਮਿਊਨਿਟੀ ਬਣਾਉਣ ਵਾਸਤੇ, ਮੈਨੂੰ ਵੀ ਕੀ ਪ੍ਰੋਬਲਮ ਹੈ ਇਸ ਗੱਲ ਵਾਸਤੇ। ਨੰਬਰ 2 ਉਦੋਂ ਹੁੰਦਾ। ਦੂਸਰਾ ਹੁੰਦਾ ਜਿਹੜਾ ਟ੍ਰੀਟਮੈਂਟ ਪਾਰਟ ਹੁੰਦਾ, ਥੈਰੇਪਿਟਿਕ ਪਾਰਟ, ਉਹ ਪੀਰੀਅਡ ਉਦੋਂ ਹੁੰਦਾ ਹੈ ਜਦੋਂ ਬੰਦਾ ਬਿਮਾਰ ਹੁੰਦਾ ਹੈ। ਜੇ ਬੰਦਾ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਡਾਕਟਰ ਦੀ ਕੰਸਲਟੇਸ਼ਨ ਦੀ ਜ਼ਰੂਰਤ ਹੁੰਦੀ ਹੈ।
ਉਸ ਦੀ ਫਸਟ ਕੰਸਲਟੇਸ਼ਨ ਹੁੰਦੀ ਹੈ ਕਿ ਬਿਮਾਰੀ ਨੂੰ ਡਾਇਗਨੋਸ ਕਰਨਾ ਔਰ ਬਿਮਾਰੀ ਨੂੰ ਡਾਇਗਨੋਸ ਕਰਕੇ ਫਿਰ ਉਸ ਦਾ ਟ੍ਰੀਟਮੈਂਟ ਕਰਨਾ ਤੇ ਟ੍ਰੀਟਮੈਂਟ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਐਡ ਅਪ ਹੁੰਦੀਆਂ ਨੇ ਉਹਦੀ ਡਾਈਟ ਜਿਹੜੀ ਹੈਗੀ ਹੈ ਕਿਸ ਤਰ੍ਹਾਂ ਦੀ ਡਾਈਟ ਹੋਣੀ ਚਾਹੀਦੀ ਹੈ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਇਹ ਫਿਰ ਉੱਥੇ ਡਿਸਾਈਡ ਹੁੰਦਾ ਹੈ। ਉਹ ਤੀਸਰਾ ਪਾਰਟ ਉਹਦਾ ਹੁੰਦਾ ਹੈ ਕਿ ਜਦੋਂ ਬੰਦਾ ਮੇਨਟੇਨੈਂਸ ਦਾ ਪਾਰਟ ਆਉਂਦਾ ਹੈ, ਜਦੋਂ ਬੰਦਾ ਬਿਮਾਰੀ ਤੋਂ ਬਾਹਰ ਆ ਜਾਂਦਾ ਹੈ, ਠੀਕ ਹੋ ਜਾਂਦਾ ਹੈ, ਉਹਦੇ ਚ ਕੁਝ ਇਸ ਤਰ੍ਹਾਂ ਦੀਆਂ ਮੁਸ਼ਕਲਸ ਆਉਂਦੀਆਂ ਨੇ ਜਿਹਨਾਂ ਨੂੰ ਆਪਾਂ ਨੂੰ ਡਾਈਟ, ਚੰਗੀ ਡਾਈਟ ਦੀ ਆਪਾਂ ਗੱਲ ਕਰਦੇ ਹਾਂ, ਸਾਫ਼ ਡਾਈਟ ਦੀ ਗੱਲ ਕਰਦੇ ਹਾਂ, ਜ਼ਿਆਦਾ ਨਿਊਟ੍ਰੀਸ਼ੀਅਸ ਡਾਈਟ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਮੈंने ਗੱਲ ਕਹੀ ਨਾ, ਆਪਾਂ ਘਰ 'ਚ ਤਾਂ ਆਪਾਂ ਜੋ ਮਰਜ਼ੀ ਖਾਂਦੇ ਰਹੀਏ, ਆਪਾਂ ਨੂੰ ਕੀ ਪ੍ਰੋਬਲਮ ਹੈ, ਲੇਕਿਨ ਇਸ ਨੂੰ 3 ਪਾਰਟ ਦੇ ਵਿੱਚ ਹੀ ਸਮਝਿਆ ਜਾਣਾ ਚਾਹੀਦਾ ਹੈ। ਉਹ ਜੇ ਆਪਾਂ ਇੱਕ ਦੂਜੇ ਦੇ ਵਿੱਚ ਓਵਰਲੈਪਿੰਗ ਕਰਾਂਗੇ ਤਾਂ ਫਿਰ ਆਪਾਂ ਨੂੰ ਪ੍ਰੋਬਲਮ ਆਏਗੀ ਵਿੱਚ ਜਿਹੜੀ ਹੈਗੀ ਆ ਉਹਦੇ 'ਚ। ਸੋ ਇਸ ਨੂੰ ਜਿਹੜਾ ਠੀਕ ਠਾਕ ਬੰਦਾ ਹੈ ਉਹਦੀ ਡਾਈਟ ਕੁਝ ਵੀ ਲੈਂਦਾ ਰਹੇ ਜੋ ਉਸ ਦੀ ਬਾਡੀ ਨੂੰ ਸੂਟ ਕਰਦੀ ਹੈ, ਕੁਝ ਵੀ ਲੈ ਲਵੇ, ਕੋਈ ਪ੍ਰੋਬਲਮ ਨਹੀਂ ਹੈ। ਕਈਆਂ ਲੋਕਾਂ ਨੂੰ ਬਰਫ਼ ਨਹੀਂ ਸੂਟ ਕਰਦੀ, ਕਈ ਲੋਕਾਂ ਨੂੰ ਦਹੀਂ ਸੂਟ ਨਹੀਂ ਕਰਦਾ, ਕਈ ਲੋਕਾਂ ਨੂੰ ਜਿਹੜਾ ਹੈਗਾ ਉਹ ਸਬਜ਼ੀ ਫਲਾਣੀ ਨਹੀਂ ਸੂਟ ਕਰਦੀ। ਉਹ ਉਸ ਦੀ ਬਾਡੀ ਦੱਸੇਗੀ ਉਸ ਨੂੰ ਕਿਹੜੀ ਚੀਜ਼ ਸੂਟ ਕਰਦੀ ਹੈ, ਉਹਦੇ ਅਕੋਰਡਿੰਗਲੀ ਰਹੇਗਾ ਉਹ। ਠੀਕ ਹੈ। ਜਦੋਂ ਬਿਮਾਰੀ ਹੁੰਦੀ ਹੈ ਉਦੋਂ ਇਲਾਜ ਹੁੰਦਾ ਹੈ, ਉਹ ਡਾਕਟਰ ਦਾ ਕੰਟਰੋਲ ਹੁੰਦਾ ਹੈ। ਜਦੋਂ ਤੀਜੀ ਜਗ੍ਹਾ ਤੇ ਆਪਾਂ ਕਹਿੰਦੇ ਆ ਮੇਨਟੇਨੈਂਸ ਹੁੰਦਾ ਹੈ ਆਫਟਰ ਦਾ ਬਿਮਾਰੀ, ਉਹਦੇ ਚ ਫਿਰ ਕੁਝ ਗੱਲਾਂ ਜਿਹੜੀਆਂ ਹੈਗੀਆਂ ਨੇ ਵੈਸੇ ਤਾਂ ਆਪਾਂ ਮੰਨ ਕੇ ਚੱਲਦੇ ਹੁੰਦੇ ਆ ਕਿ ਜਦੋਂ ਬੰਦਾ ਜਿੰਨੀ ਦੇਰ ਤੱਕ ਤਾਂ ਹਸਪਤਾਲ 'ਚ ਹੁੰਦਾ ਨਾ ਉਹ ਡਾਕਟਰ ਦਾ ਕੰਟਰੋਲ ਹੁੰਦਾ ਹੈ, ਤੇ ਜਦੋਂ ਘਰ ਚਲਾ ਜਾਂਦਾ ਹੈ ਠੀਕ ਹੋ ਕੇ ਉਦੋਂ ਡਾਕਟਰ ਦਾ ਨੰਬਰ ਚੌਥਾ ਹੁੰਦਾ ਹੈ ਉਹਦੇ 'ਚ। ਤੁਹਾਨੂੰ ਸਮਝਾ ਦੇਵਾਂ ਕਿਵੇਂ ਆਉਂਦਾ ਚੌਥਾ, ਕਿ ਸਭ ਤੋਂ ਪਹਿਲਾਂ ਜਿਹੜਾ ਬੰਦਾ ਬਿਮਾਰ ਹੋਇਆ ਹੁੰਦਾ ਨਾ, ਜਦੋਂ ਘਰੋਂ ਬਾਹਰ ਨਿਕਲਦਾ, ਹਸਪਤਾਲ ਤੋਂ ਬਾਹਰ ਨਿਕਲਦਾ, ਜੇ ਹਸਬੈਂਡ ਬਿਮਾਰ ਹੋਵੇ ਤਾਂ ਵਾਈਫ ਦੀ ਚੱਲਦੀ ਹੈ ਸਭ ਤੋਂ ਪਹਿਲਾਂ ਘਰ ਜਾ ਕੇ ਕਿ ਚੱਲ ਜੀ 3 ਗੋਲੀਆਂ ਦੀ ਜਗ੍ਹਾ 2 ਗੋਲੀਆਂ ਖਾ ਲੈ, ਆਹ ਮਿੱਠਾ ਮਿਲਿਆ ਸੀਗਾ ਆਹ ਖਾ ਲੈ, ਤੂੰ ਆਹ ਨਮਕ ਵਾਲਾ ਹੈਗਾ, ਆਹ ਪਾਣੀ ਦੂਸਰਾ। ਫਿਰ ਦੂਸਰੇ ਆਉਂਦੇ ਨੇ ਉਹਦੇ ਬੱਚੇ, ਫਿਰ ਤੀਸਰੇ ਆਉਂਦੇ ਨੇ ਉਹਦੇ ਫਰੈਂਡਸ, ਤੇ ਚੌਥਾ ਡਾਕਟਰ ਦੀ ਵਾਰੀ ਦਾ ਚੌਥੇ ਥਾਂ ਤੇ ਆਉਂਦੀ ਹੈ। ਇਸੇ ਕਰਕੇ ਘਰ ਦਾ ਟ੍ਰੀਟਮੈਂਟ ਤੇ ਜਿਹੜਾ ਹਸਪਤਾਲ ਦਾ ਟ੍ਰੀਟਮੈਂਟ ਉਹ 'ਚ ਫਰਕ ਹੁੰਦਾ ਬਹੁਤ ਜ਼ਿਆਦਾ, ਉਹਦੀ ਡਾਈਟ ਦਾ ਵੀ ਫਰਕ ਹੁੰਦਾ ਜੋ। ਸੋ ਲੋਕ ਮੈਂ ਕਹਿੰਦਾ ਵੀ ਜਿਹੜੀ ਤੁਹਾਡੀ ਬਾਡੀ ਜੋ ਚੀਜ਼ ਐਕਸੈਪਟ ਕਰਦੀ ਹੈ ਉਸ ਨੂੰ ਖਾ ਲਓ, ਤੁਹਾਡੀ ਬਾਡੀ ਜਿਹੜੀ ਹੈਗੀ ਹੈ ਉਹ ਵਧੀਆ ਰਹੇਗੀ। ਪਰ ਮੈਂ ਸ਼ੂਗਰ ਵਾਲੇ ਮਰੀਜ਼ ਨੂੰ ਇਹ ਗੱਲ ਨਹੀਂ ਕਹਾਂਗਾ ਕਿ ਤੂੰ ਚੀਨੀ ਖਾ ਜਾ ਕੇ ਘਰ ਜਾ ਕੇ ਤੈਨੂੰ ਸੂਟ ਕਰਦੀ ਹੈ, ਇਸ ਤਰ੍ਹਾਂ ਨਹੀਂ ਕਹਿਣਾ ਮੈंने ਕੁਝ ਵੀ। ਜੋ ਬਿਮਾਰ ਹੈ ਤੇ ਬਿਮਾਰੀ ਦੇ ਹਿਸਾਬ ਨਾਲ ਕੰਮ ਚੱਲੇਗਾ, ਜੇ ਨਹੀਂ ਬਿਮਾਰ ਹੈ ਤਾਂ ਫਿਰ ਸਾਰਾ ਕੁਝ ਅੰਮਾ ਦਾ ਜਿਹੜਾ ਕਿਹਾ ਹੈ ਉਹ ਵੀ ਸਭ ਕੁਝ ਠੀਕ ਹੈ, ਸਿਆਣੇ ਬੰਦੇ ਦਾ ਕਿਹਾ ਹੋਇਆ ਓੜ ਪੋੜ ਟੁੱਟ ਕੇ ਸਭ ਕੁਝ ਠੀਕ ਹੈ, ਠੀਕ ਬੰਦੇ ਵਾਸਤੇ, ਬਿਮਾਰ ਵਾਸਤੇ ਨਹੀਂ। ਠੀਕ ਹੈ ਬੇਦੀ ਸਾਹਿਬ, ਅਗਰ ਗੱਲ ਕਰੀਏ ਹੁਣ ਜਿਸ ਤਰ੍ਹਾਂ ਦੇ ਨਾਲ ਡਾਈਟ ਦੀ ਵੀ ਗੱਲ ਹੋ ਰਹੀ ਹੈ ਜਾਂ ਫਿਰ ਕਹਿ ਲਈਏ ਜੋ ਬਾਡੀ ਫਿਲਹਾਲ ਚੱਲ ਰਹੀ ਹੈ ਉਸੇ ਤਰ੍ਹਾਂ ਦੇ ਨਾਲ ਚੱਲਣੀ ਚਾਹੀਦੀ ਹੈ। ਸੋ ਹੁਣ ਦੀ ਗੱਲ ਕਰਦੇ ਹਾਂ ਜਿਹੜੇ ਮਰੀਜ਼ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਡਾਇਬਟੀਜ਼ ਮਰੀਜ਼ਾਂ ਦੀ ਗੱਲ ਕਰੀਏ, ਯਾਨੀ ਕਿ ਜੇ ਉਹ ਜਾਂਦੇ ਨੇ ਚੈੱਕਅਪ ਕਰਾਉਣ ਤਾਂ ਇੱਕ ਤਾਂ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਪਏਗਾ, ਦੂਸਰਾ ਜਿਸ ਤਰ੍ਹਾਂ ਦੇ ਨਾਲ ਸੋਸ਼ਲ ਡਿਸਟੈਂਸ ਦਾ ਮਸਲਾ ਤੁਸੀਂ ਚੁੱਕਿਆ, ਸਭ ਤੋਂ ਜ਼ਿਆਦਾ ਵੱਡਾ ਕਾਰਨ ਇਸ ਵੇਲੇ ਉਹੀ ਨਜ਼ਰ ਆ ਰਿਹਾ ਹੈ, ਸੋਸ਼ਲ ਡਿਸਟੈਂਸ ਜਿੱਥੇ ਨਹੀਂ ਹੈ ਉੱਥੇ ਵੱਧ ਕੇਸਿਸ ਨੇ। ਸੋ ਕੁੱਲ ਮਿਲਾ ਕੇ ਗਰਮੀ ਦੇ ਮੌਸਮ ਨੂੰ ਮੈਂ ਇੱਥੇ ਅਟੈਚ ਕਰਾਂਗੀ। ਮੰਨ ਲਓ ਬਹੁਤ ਜ਼ਿਆਦਾ ਜਣੇ ਜਦੋਂ ਇਕੱਠੇ ਹੋ ਗਏ ਤਾਂ ਉੱਥੇ ਗਰਮੀ ਦਾ ਮੌਸਮ ਇੱਕ ਚੰਗਾ ਇੱਕ ਅਸਰ ਪਾਵੇਗਾ ਜਾਂ ਫਿਰ ਮਾੜਾ ਅਸਰ ਪਾਵੇਗਾ ਜਿੱਥੇ ਲੋਕ ਬਹੁਤ ਇਕੱਠੇ ਹੋ ਰਹੇ ਨੇ ਵਾਇਰਸ ਨੂੰ ਲੈ ਕੇ। ਦੇਖੋ ਡਾਕਟਰ ਹੋਣ ਦੇ ਨਾਤੇ ਮੈਂ ਜੇ ਤੁਸੀਂ ਮੈਨੂੰ ਇਹਦਾ ਸਾਇੰਟੀਫਿਕ ਆਨਸਰ ਕਹਿਣ ਨੂੰ ਕਹੋ ਤੇ ਮੈਂ ਇਹ ਕਹੂੰਗਾ ਕਿ ਵੀ ਇਹਦੇ ਵਿੱਚ ਕੋਈ ਸਟੱਡੀ ਇਹੋ ਜਿਹੀ ਨਹੀਂ ਕਹਿੰਦੀ ਕਿ ਅਗਰ ਟੈਂਪਰੇਚਰ ਜ਼ਿਆਦਾ ਹੋਏਗਾ ਤੇ ਉਹਦੇ ਨਾਲ ਇਹ ਇਨਫੈਕਸ਼ਨ ਘਟੇਗੀ। ਠੀਕ ਹੈ। ਸੋ ਕਿਉਂਕਿ ਮੈਂ ਡਾਕਟਰ ਹਾਂ ਤਾਂ ਮੈਂ ਸਾਇੰਟੀਫਿਕ ਹੀ ਗੱਲ ਕਰਾਂਗਾ, ਬਟ ਮੈਂ ਇੱਕ ਹੋਰ ਗੱਲ ਕਰਨਾ ਚਾਹੂੰਗਾ ਇੱਥੇ ਕਿ ਜਿਉਂ ਲੋਕਡਾਊਨ ਖੁੱਲ ਰਿਹਾ ਹੈ, ਫੈਕਟਰੀਆਂ ਵੀ ਖੁੱਲਦੀਆਂ ਪਈਆਂ ਨੇ ਤੇ ਆਫਿਸਿਸ ਵੀ ਖੁੱਲਦੇ ਪਏ ਨੇ, ਬਾਜ਼ਾਰ ਵੀ ਖੁੱਲਦੇ ਪਏ ਨੇ। ਮੇਰੀ ਇੱਕ ਬੇਨਤੀ ਹੈਗੀ ਹੈ ਕਿ ਆਪਣਾ ਪਾਣੀ ਆਪਣਾ ਖਾਣਾ ਆਪਣੇ ਨਾਲ ਲੈ ਕੇ ਜਾਓ ਤੇ ਕੋਸ਼ਿਸ਼ ਕਰੋ ਕਿ ਉੱਥੇ ਵੀ ਜਿਹੜੀ ਚੀਜ਼ਾਂ ਇਸਤੇਮਾਲ ਚ ਕਰਨੀ ਹੈ, ਜੇ ਕਿਸੇ ਨੇ ਪੈਨ ਇਸਤੇਮਾਲ ਕਰਨਾ ਹੈ ਜਾਂ ਹੋਰ ਕੋਈ ਵੀ ਇਕਵਿਪਮੈਂਟ ਹੈਗਾ ਜਿਹਨੂੰ ਇਸਤੇਮਾਲ ਕਰਨਾ ਹੈ ਤੇ ਉਹਦਾ ਆਪਣਾ ਖੁਦ ਧਿਆਨ ਰੱਖੇ ਕਿ ਉਹ ਜਿੰਨਾ ਵੀ ਇਸਤੇਮਾਲ ਚ ਆਉਣ ਵਾਲਾ ਇਕਵਿਪਮੈਂਟ ਹੈਗਾ ਉਹਨੂੰ ਤਾਂ ਕਿ ਉਹ ਇੱਕ ਦੂਜੇ ਚ ਨਾ ਉਹਦੇ ਥਰੂ ਟੱਚ ਦੇ ਰਾਹੀਂ ਉਹ ਨਾ ਇੱਕ ਦੂਜੇ ਨੂੰ ਇਨਫੈਕਸ਼ਨ ਫੈਲੇ। ਸੋ ਅਸੀਂ ਬੇਸਿਕਲੀ ਫਿਰ ਮੈਂ ਉਹਦੇ ਤੇ ਆਉਂਗਾ ਕਿ ਜਿਹੜੇ ਤੁਸੀਂ ਖਾਣ ਦੀ ਗੱਲ ਕੀਤੀ ਹੈ, ਖਾਣ ਦਾ ਅਜੇ ਤੱਕ ਕੋਈ ਇਹੋ ਜਿਹਾ ਸਾਇੰਟੀਫਿਕ ਪੇਪਰ ਨਹੀਂ ਆਇਆ ਜਿਹੜਾ ਕਹਿੰਦਾ ਕਿ ਇਹ ਖਾਓ ਜਾਂ ਇਹ ਨਾ ਖਾਓ। ਨਹੀਂ, ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਨ ਲਈ ਨਹੀਂ ਹੋ ਸਕਦਾ, ਮਤਲਬ ਉਹ ਸਵਾਲ ਹੈ ਹੁਣ, ਕਿਉਂਕਿ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਹਦਾ ਇਮਿਊਨਿਟੀ ਸਿਸਟਮ ਸਟਰੋਂਗ ਰਹੇਗਾ ਕਰੋਨਾ ਤੋਂ ਬਚ ਜਾਏਗਾ, ਨਹੀਂ ਉਹ ਮਾਰਿਆ ਜਾਏਗਾ, ਤਾਂ ਇਸ ਕਰਕੇ ਸਵਾਲ ਸ਼ਾਇਦ ਨਿਕਲ ਰਹੇ ਹਨ। ਹਾਂਜੀ ਮੈਂ ਤੁਹਾਨੂੰ ਦੱਸਦਾ ਕਿ ਇਹ ਸਟੱਡੀ ਜਿਹੜੀਆਂ ਆ ਰਹੀਆਂ ਉਹ ਵਿਟਾਮਿਨ ਡੀ ਦਾ ਰੋਲ ਕਹਿ ਰਹੀ ਹੈ, ਵਿਟਾਮਿਨ ਸੀ ਦਾ ਰੋਲ ਕਹਿ ਰਹੀ ਹੈ ਤੇ ਜ਼ਿੰਕ ਦਾ ਰੋਲ ਕਹਿ ਰਹੀ ਹੈ, ਔਰ ਇਹ ਦੇਖਿਆ ਗਿਆ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਵਿਟਾਮਿਨ ਡੀ ਦੀ ਕਮੀ ਕਾਫੀ ਪਰਸੈਂਟੇਜ ਇਟਸ ਵੈਰੀ
ਜੀ। ਸੋ ਇਹਦੇ ਵਿੱਚ ਮੈਂ ਕਹੂੰਗਾ ਵਿਟਾਮਿਨ ਡੀ ਅਗਰ ਲੈਣਾ ਹੈ ਡਾਕਟਰ ਦੀ ਸਲਾਹ ਨਾਲ ਤੇ ਉਹਦੇ 'ਚ ਕੋਈ ਹਾਰਮ ਨਹੀਂ ਹੈਗਾ, ਉਹ ਪ੍ਰੋਟੈਕਟ ਹੀ ਕਰੇਗਾ, ਉਹਦਾ ਕੋਈ ਨੁਕਸਾਨ ਨਹੀਂ ਹੋਣ ਲੱਗਾ। ਬਟ ਹਾਂ ਅਗੇਨ ਆਈ ਐਮ ਸੇਇੰਗ ਕਿ ਡਾਕਟਰ ਦੀ ਐਡਵਾਈਸ ਦੇ ਅੰਡਰ ਹੀ ਵਿਟਾਮਿਨ ਡੀ ਖਾਣਾ ਹੈ। ਬਹੁਤ ਜ਼ਿਆਦਾ ਵੀ ਖਾ ਲੋਗੇ ਤਾਂ ਨੁਕਸਾਨ ਹੋ ਸਕਦਾ। ਹਾਲਾਂਕਿ ਡੋਜ਼ੇਜ ਜਿਹੜੀਆਂ ਅੱਜ ਕੱਲ੍ਹ ਆ ਰਹੀਆਂ ਉਹ ਹਫ਼ਤੇ 'ਚ ਇੱਕ ਵਾਰੀ ਗੋਲੀ ਲੈਣੀ ਹੁੰਦੀ ਹੈ 60,000 ਦੀ, ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਏਗੀ। ਬਟ ਸਟਿਲ ਮਾਈ ਐਡਵਾਈਸ ਇਜ਼ ਆਲਵੇਜ਼ ਟੇਕ ਮੈਡੀਸਨ ਆਫਟਰ ਕੰਸਲਟਿੰਗ ਅ ਡਾਕਟਰ। ਹਾਂ ਸੋ ਮੈਡੀਸਨ ਤੋਂ ਜਿੱਥੇ ਗੱਲ ਤੁਰੀ ਹੈਗੀ ਹੈ ਮੁਲਤਾਨੀ ਸਾਹਿਬ, ਅਗਰ ਗੱਲ ਕਰਾਂ ਮੈਂ ਐਂਟੀਬਾਇਓਟਿਕ ਜਿਹੜੇ ਚੱਲ ਰਹੀਆਂ ਨੇ ਜਾਂ ਪੈਰਾਸੀਟਾਮੋਲ ਹੋ ਗਈ ਐਗਜ਼ਾਮਪਲ ਦੇ ਤੌਰ ਤੇ, ਜਾਂ ਫਿਰ ਕੁਝ ਜਿੱਦਾਂ ਡੋਲੋਕਿਊਨ ਹੋ ਗਈ, ਇਸ ਨੂੰ ਕਿਹਾ ਜਾ ਰਿਹਾ ਕਿ ਅੱਧੀ ਗੋਲੀ ਜੇਕਰ ਤੁਸੀਂ 4 ਦਿਨਾਂ ਦੇ ਵਿੱਚ ਲੈ ਵੀ ਲੈਂਦੇ ਹੋ ਤਾਂ ਬਿਲਕੁਲ ਫਿੱਟ ਰਹਿ ਰਹੋਗੇ, ਯਾਨੀ ਕਿ ਜੋ ਇਹ ਵਾਇਰਸ ਹੈਗਾ ਇਸ ਤੋਂ ਥੋੜਾ ਜਿਹਾ ਬਚਾ ਰਹੇਗਾ। ਕੁਝ ਇਸ ਤਰ੍ਹਾਂ ਦਾ ਵੀ ਹੈਗਾ? no without medicine doctor's consultation no medicine is advice। paracetamol ਦੀ ਤੁਸੀਂ ਗੱਲ ਕੀਤੀ ਹੈ, it is very different and chloroquine is very different। ਅੱਛਾ, chloroquine ਦੀਆਂ ਤਾਂ ਆਪਣੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ, ਸਾਡੇ ਇੱਕ ਡਾਕਟਰ ਦੀ ਡੈਥ ਜਿਹੜੀ ਹੈਗੀ ਆ chloroquine ਨਹੀਂ ਮੁਲਤਾਨੀ ਸਾਹਿਬ, ਡੋਲੋਕੁਇਨ ਦਾ ਜ਼ਿਕਰ ਕੀਤਾ ਸੀਗਾ, ਡੋਲੋਕੁਇਨ ਦਾ ਜ਼ਿਕਰ ਕੀਤਾ ਸੀਗਾ। ਹਾਂਜੀ ਨਹੀਂ ਡੋਲੋਕੁਇਨ ਤੁਸੀਂ ਡੋਲੋ ਇੱਕ ਵਰਡ, ਇੱਕ ਇਹ ਜਿਹੜੇ ਵਰਡਸ ਹੈਗੇ ਨੇ ਵੈਸੇ ਤੇ ਐਸਟੋਮੈਨਾਫਿਨ ਆਉਂਦਾ, ਆਪਾਂ ਇਹ ਜਿਹੜਾ ਕਰੋਸਨ ਦੀ ਆਪਾਂ ਗੱਲ ਕਰਦੇ ਆ ਵਿੱਚ, ਇਹ ਟ੍ਰੇਡ ਨੇਮ ਹੈ ਕਰੋਸਨ ਦਾ। ਡੋਲੋ ਕਿਉਂ ਤਾਂ ਨਹੀਂ, ਡੋਲੋ ਚਲੋ ਡੋਲੋ ਅਗਰ ਹੋਏਗਾ ਪੈਰਾਸੀਟਾਮੋਲ ਉਹਦੇ ਚ ਹੈਗਾ ਤਾਂ ਉਹ ਇਹ ਸਾਰੇ ਜਿਹੜੇ ਪੈਰਾਸੀਟਾਮੋਲ ਕਰੋਸਨ ਡੋਲੋ ਨਾ ਇਹ ਟ੍ਰੇਡ ਨੇਮ ਨੇ। ਅੱਛਾ ਦੇ ਆਰ ਇਹਦੇ ਚ ਐਸਟੋਮੈਨਾਫਿਨ ਜਿਹੜਾ ਹੈਗਾ ਉਹ ਸਾਲਟ ਹੁੰਦਾ ਵਿੱਚ, ਜਿਹਨੂੰ ਆਪਾਂ ਜੈਨਰਿਕ ਕਹਿਣ ਲੱਗ ਜਾਂਦੇ ਆ ਵਿੱਚ। ਤਾਂ ਇਸ ਕਰ ਇਹ ਤਾਂ ਸਿਰਫ ਬੁਖਾਰ ਵਾਸਤੇ ਹੋਵੇ, ਸਰੀਰ ਵਿੱਚ ਦਰਦ ਹੋਵੇ ਉਹਦੇ ਵਾਸਤੇ ਤਾਂ ਆਪਾਂ ਯੂਜ਼ ਕਰਦੇ ਹੀ ਆ। ਪਰ ਜੇ ਆਪਾਂ ਇਹ ਵੀ ਗੱਲ ਮੈਂ ਇੱਕ ਗੱਲ ਦੱਸ ਦਵਾਂ ਕਿ ਲੋਕ ਕਹਿੰਦੇ ਆ ਕਿ ਸਭ ਤੋਂ ਸੇਫੈਸਟ ਹੈਗੀ ਹੈ, ਲੇਕਿਨ ਸਟਿਲ ਦੇयर ਇਜ਼ ਅ ਚਾਂਸ ਆਫ ਐਨੀ ਰਿਐਕਸ਼ਨ ਜਿਹੜੀ ਹੈਗਾ। ਐਦਾਂ ਨਹੀਂ ਤੁਸੀਂ ਜਿੰਨੀਆਂ ਮਰਜ਼ੀਆਂ ਗੋਲੀਆਂ ਖਾਈ ਜਾਓ, ਇਸ ਤਰ੍ਹਾਂ ਨਹੀਂ ਹੈ ਵਿੱਚ ਜਿਹੜਾ ਹੈਗਾ। ਮੈਨੂੰ ਐਕਚੁਅਲੀ ਤੁਹਾਡਾ ਨਾ ਪੂਰਾ ਸਵਾਲ ਨਹੀਂ ਸਮਝ ਆਇਆ, ਤੁਸੀਂ ਕਹਿਣਾ ਕੀ ਚਾਹੁੰਦੇ ਹੋ ਵਿੱਚ? ਮੈਂ ਇਹ ਕਹਿਣਾ ਚਾਹੁੰਦੀ ਹਾਂ ਡਾਕਟਰ ਸਾਹਿਬ, ਮਤਲਬ ਅਜ਼ੰਪਸ਼ਨਸ ਨੇ ਜਾਂ ਕਹਿ ਲਈਏ ਇਸ ਤਰ੍ਹਾਂ ਲੋਕ ਕਰ ਰਹੇ ਨੇ। ਮੈਂ ਤੁਹਾਨੂੰ ਮਤਲਬ ਕਹਿ ਸਕਾਂ ਤਾਂ ਜਿਸ ਤਰ੍ਹਾਂ ਦੇ ਨਾਲ ਸਮਾਜ ਦੇ ਵਿੱਚ ਮੈਂ ਵੀ ਵਿਚਰਦੀ ਹਾਂ ਤਾਂ ਮੈਨੂੰ ਉੱਥੋਂ ਜਾਣਕਾਰੀ ਆਈ ਹੈਗੀ ਹੈ, ਤਾਂ ਮੈਨੂੰ ਲੱਗਿਆ ਸਵਾਲ ਪੁੱਛਣਾ ਚਾਹੀਦਾ ਹੈ। ਲੋਕ ਹਫਤੇ ਵਿੱਚ ਅੱਧੀ ਕੁ ਗੋਲੀ ਕਹਿ ਲਈਏ ਮਤਲਬ ਬਿਨਾਂ ਕੋਈ ਬਿਮਾਰੀ ਤੋਂ ਖਾ ਰਹੇ ਨੇ ਕਿ ਅਸੀਂ ਵਾਇਰਸ ਤੋਂ ਬਚੇ ਰਵਾਂਗੇ, ਸਾਨੂੰ ਬੁਖਾਰ ਨਹੀਂ ਹੋਏਗਾ, ਜ਼ੁਕਾਮ ਨਹੀਂ ਹੋਏਗਾ। ਨਹੀਂ ਉਹ ਕਲੋਰੋਕੁਇਨ ਕਲੋਰੋਕੁਇਨ ਦੀ ਤੁਸੀਂ ਗੱਲ ਹੀ ਕਰ ਰਹੇ ਹੋ, ਉਹ ਹਾਈਡਰੋਕਸੀ ਕਲੋਰੋਕੁਇਨ ਜਿਹੜੀ ਹੈ ਉਹ ਹਰ ਇੱਕ ਬੰਦੇ ਵਾਸਤੇ ਐਡਵਾਈਜ਼ੇਬਲ ਨਹੀਂ ਹੈ, ਉਹ ਨਹੀਂ ਲੈਣੀ ਬਿਲਕੁਲ। ਐਂਡ ਉਹ ਸਿਰਫ ਤੇ ਸਿਰਫ ਇਹ ਕਿਹਾ ਗਿਆ ਸੀਗਾ ਕਿ ਵੈਸੇ ਤਾਂ ਉਸ ਨੂੰ ਵੀ ਅਵੋਇਡ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਹੈ, ਪਰ ਫਿਰ ਵੀ ਪ੍ਰੋਫਿਲੈਕਟਿਵ ਵਰਡ ਆਪਾਂ ਯੂਜ਼ ਕੀਤਾ ਸੀਗਾ, ਉਹ ਸੀਗਾ ਹੈਲਥ ਪਰਸੋਨਲਸ ਵਾਸਤੇ। ਲੇਕਿਨ ਉਸ ਦਾ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਸ ਦਾ ਮਤਲਬ ਇਹ ਨਹੀਂ ਹੈ ਕਿ ਅਗਰ ਤੁਸੀਂ ਉਹ ਲਈ ਹੈ ਤਾਂ ਤੁਹਾਨੂੰ ਕਰੋਨਾ ਵਾਲੀ ਬਿਮਾਰੀ ਨਹੀਂ ਹੋਏਗੀ, ਇਸ ਤਰ੍ਹਾਂ ਨਹੀਂ ਹੋਣ ਵਾਲਾ। ਇਹ ਕਲੋਰੋਕੁਇਨ ਵਾਲੀ ਗੋਲੀ ਜਿਹੜੀ ਹੈਗੀ ਹੈ ਇਹ ਖਤਰਨਾਕ ਗੋਲੀ ਹੈਗੀ ਹੈ, ਆਪਣੇ ਆਪ ਨਹੀਂ ਲੈਣੀ। ਠੀਕ ਹੈ, ਚਾਹੇ ਉਹਦਾ ਟ੍ਰੇਡ ਨੇਮ ਡੋਲੋਕੁਇਨ ਤੁਸੀਂ ਕਹਿ ਰਹੇ ਹੋ ਵਰਡ ਜਿਹੜਾ ਯੂਜ਼ ਕਰ ਰਹੇ ਹੋ, ਨੋ ਇਸ ਤਰ੍ਹਾਂ ਨਹੀਂ ਹੈ। ਉਹਦੀ ਇੱਕ ਸਪੈਸੀਫਿਕ ਡੋਜ਼ ਹੁੰਦੀ ਹੈ, ਜੇ ਉਸੇ ਡੋਜ਼ ਦੇ ਵਿੱਚ ਆਪਾਂ ਜਿਹੜੀ ਲੈਂਦੇ ਆ। ਹਾਂਜੀ ਬੇਦੀ ਸਾਹਿਬ। ਨਹੀਂ, ਮੈਂ ਡਾਕਟਰ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਕਿ ਇਹ ਕਨਫਿਊਜ਼ਨ ਕਿਉਂ ਪੈਦਾ ਹੋਈ ਹੈ, ਕਿਉਂਕਿ ਕੁਝ ਗਵਰਨਮੈਂਟ ਨੇ ਇਹ ਹਦਾਇਤ ਦਿੱਤੀ ਹੈ ਕਿ ਜਿਹੜੇ ਹੈਲਥ ਕੇਅਰ ਵਰਕਰ ਨੇ, ਜਿਹੜੇ ਡਾਕਟਰ ਜਾਂ ਨਰਸਿਸ ਨੇ, ਜਿਹੜੇ ਕਿ ਡਾਇਰੈਕਟਲੀ ਕੋਵਿਡ ਪੇਸ਼ੈਂਟ ਦੀ ਸੰਭਾਲ ਦੇ ਵਿੱਚ ਉਹ ਉਲਝੇ ਹੋਏ ਨੇ, ਕਰੋਨਾ ਜਿਹੜੇ ਵਾਰੀਅਰਸ ਕਹਿ ਲੋ ਜਾਂ ਕੁਝ ਵੀ ਨਾਂ ਲੈ ਲਓ ਉਹਨਾਂ ਦਾ, ਉਹਨਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ। ਮਗਰ ਉਸ ਤੋਂ ਇਲਾਵਾ ਇੱਕ ਆਮ ਇਨਸਾਨ ਜਿਵੇਂ ਮੈਂ ਵੀ ਡਾਕਟਰ ਹੈਗਾ, ਮੈਂ ਕੋਵਿਡ ਦੇ ਇਨਫੈਕਸ਼ਨ ਦੇ ਪੇਸ਼ੈਂਟ ਨਹੀਂ ਦੇਖ ਰਿਹਾ ਤੇ ਮੈਂ ਵੀ ਇਹ ਦਵਾਈ ਜਿਹੜੀ ਹੈ ਨਹੀਂ ਲੈ ਰਿਹਾ। ਔਰ ਜਿਹੜੇ ਵੀ ਡਾਕਟਰ ਨੇ ਉਹ ਜਿਹੜੇ ਕੋਵਿਡ ਪੇਸ਼ੈਂਟ ਨੂੰ ਉਹਨਾਂ ਦਾ ਇਲਾਜ ਨਹੀਂ ਕਰ ਰਹੇ, ਉਹ ਵੀ ਇਹ ਦਵਾਈ ਨਹੀਂ ਲੈ ਰਹੇ, ਨਾ ਹੀ ਇਹੋ ਜਿਹੀ ਕੋਈ ਹਦਾਇਤ ਹੈ ਕਿ ਉਹ ਲੋਕੀ ਵੀ ਇਹ ਦਵਾਈ ਲੈਣ। ਸੋ ਪਲੀਜ਼ ਇਹ ਜਿਹੜੇ HCQ ਹੈਗਾ ਇੱਕ ਆਮ ਆਦਮੀ ਵਾਸਤੇ ਬਿਲਕੁਲ ਨਹੀਂ ਹੈ। ਹਾਂ, ਵਿਟਾਮਿਨ ਡੀ, ਵਿਟਾਮਿਨ ਸੀ ਔਰ ਜ਼ਿੰਕ ਇਹ ਲੈ ਲਓ, ਕੋਈ ਹਰਜ ਨਹੀਂ ਹੈ। ਵਿਟਾਮਿਨ ਸੀ ਤੇ ਤੁਹਾਨੂੰ ਪਤਾ ਹੈ ਫਲਾਂ 'ਚ ਵੀ ਹੈਗਾ, ਨਿੰਬੂ 'ਚ ਵੀ ਹੈਗਾ, ਔਰ ਗਰਮੀਆਂ 'ਚ ਇਹਦਾ ਕੋਈ ਹਾਰਮ ਨਹੀਂ ਹੈ। ਠੀਕ ਹੈ, ਹਾਂਜੀ ਮੁਲਤਾਨੀ ਸਾਹਿਬ। ਉਹਦੇ ਚ ਮੈਮ ਇੱਕ ਗੱਲ ਹੋਰ ਐਡ ਅਪ ਕਰਨੀ ਪਏਗੀ ਆਪਾਂ ਨੂੰ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਇਹਦੀਆਂ 4-5 ਥਿਊਰੀਜ਼ ਨੇ। ਇੱਕ ਥਿਊਰੀ 'ਚ ਸਿਰਫ ਇਹ ਹਾਈਡਰੋਕਸੀ ਕਲੋਰੋਕੁਇਨ ਜਿਹੜੀ ਹੈਗੀ ਆ ਉਹ ਯੂਜ਼ ਹੋਈ ਹੈ ਇੱਕ ਥਿਊਰੀ 'ਚ। ਜਿਸ ਤਰ੍ਹਾਂ ਮੈਂ ਸ਼ਾਇਦ ਤੁਹਾਡਾ ਨਾਲ ਉਸ ਦਿਨ ਪਹਿਲਾਂ ਵੀ ਇੱਕ ਵਾਰੀ ਡਿਸਕਸ ਕਰ ਰਿਹਾ ਸੀਗਾ ਕਿ ਪਹਿਲੀ ਥਿਊਰੀ ਸੀ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਇਹ ਫੇਫੜਿਆਂ ਦੇ ਵਿੱਚ ਨਿਮੋਨੀਆ ਕਾਜ਼ ਕਰਦੀ ਹੈ, ਉਹਦੇ 'ਚ ਹਾਈਡਰੋਕਸੀ ਕਲੋਰੋਕੁਇਨ ਦਾ ਕੋਈ ਰੋਲ ਨਹੀਂ ਹੈ। ਦੂਸਰਾ ਇਹ ਸੀ ਕਿ ਇਹ ਜਿਹੜੀ ਵਾਇਰਸ ਹੈ ਇਹ ਸਰੀਰ ਦੇ ਅੰਦਰ ਜਾ ਕੇ ਜਿਸ ਤਰ੍ਹਾਂ ਮਲੇਰੀਆ ਇਫੈਕਟ ਕਰਦਾ ਹੈ
ਉਸੇ ਤਰ੍ਹਾਂ ਰੈੱਡ ਬਲੱਡ ਸੈਲਸ ਦੇ ਵਿੱਚ ਜਿਹੜਾ ਪਾਰਟ ਹੁੰਦਾ ਹੈ ਹੀਮੋਗਲੋਬਿਨ ਉਸ ਨੂੰ ਇਫੈਕਟ ਕਰਦੀ ਹੈ। ਉਹਦੇ ਵਾਸਤੇ ਅਗਰ ਉਹ ਥਿਊਰੀ ਨੂੰ ਆਪਾਂ ਮੰਨਦੇ ਹਾਂ ਤਾਂ ਹਾਈਡਰੋਕਸੀਕਲੋਰੋਕੁਇਨ ਜਿਹੜੀ ਹੈਗੀ ਆ ਉਹ ਇਫੈਕਟਿਵ ਹੈ। ਤੀਸਰੀ ਥਿਊਰੀ ਜਿਹੜੀ ਹੈਗੀ ਸੀ ਉਹ ਆਈ ਸੀ ਕਿ ਇਹ ਬਿਮਾਰੀ ਜਿਹੜੀ ਹੈਗੀ ਹੈ ਸਰੀਰ ਦੀਆਂ ਨਾੜੀਆਂ ਤੇ ਹਾਰਟ ਨੂੰ ਇਫੈਕਟ ਕਰਦੀ ਹੈ, ਉਹਦੇ ਚ ਕਲੋਰੋਕੁਇਨ ਵਾਲੀ ਗੱਲ ਦਾ ਕੋਈ ਮਤਲਬ ਨਹੀਂ ਹੈ। ਚੌਥੀ ਆਈ ਸੀ ਉਹਦੇ ਵਿੱਚ ਜਿਹੜੀ ਹੈਗੀ ਹੈ ਕਿ ਇਹ ਇਮਿਊਨ ਸਪਰੈਸੈਂਟ ਜਾਂ ਸੋ ਇਸ ਕਰਕੇ ਪਹਿਲਾਂ ਇਹ ਬਿਲਕੁਲ ਗਲਤ ਗੱਲ ਹੈਗੀ ਹੈ। ਅਗਰ ਕੋਈ ਇਹ ਬੰਦਾ ਲੈ ਰਿਹਾ ਹੈ ਜਾਂ ਇਹ ਮੈਸੇਜ ਦਿੱਤਾ ਜਾ ਰਿਹਾ ਹੈ, ਇਹ ਬਿਲਕੁਲ ਟੋਟਲੀ ਗਲਤ ਹੈ। ਡਾਕਟਰ ਦੀ ਕੰਸਲਟੇਸ਼ਨ ਤੋਂ ਬਗੈਰ ਕੋਈ ਵੀ ਦਵਾਈ ਨਹੀਂ ਲੈਣੀ ਚਾਹੀਦੀ। ਹਾਈਡਰੋਕਲੋਰੋਕੁਇਨ ਤਾਂ ਬਹੁਤ ਟੌਕਸਿਕ ਬਿਮਾਰੀ ਹੈ, ਇਹ ਟੌਕਸਿਕ ਜਿਹੜੀ ਮੈਡੀਸਿਨ ਹੈ। ਸੋ ਡਾਕਟਰ ਸਾਹਿਬ ਬਹੁਤ ਜ਼ਿਆਦਾ ਸ਼ਾਇਦ ਕੰਫਿਊਜ਼ਨ ਜਿਹੜੀਆਂ ਸੀਗੀਆਂ ਨਾ ਲੋਕਾਂ ਦੀਆਂ ਪਹਿਲਾਂ ਬਿਮਾਰੀ ਦੂਰ ਹੋ ਗਈਆਂ। ਹਾਂਜੀ ਮੁਲਤਾਨੀ ਸਾਹਿਬ ਸਮਾਂ ਨਾ ਬਿਲਕੁਲ ਸਮਾਪਤ ਹੋ ਚੁੱਕਿਆ ਹੈ, ਹਾਲਾਂਕਿ ਆਪਾਂ ਨੂੰ ਸਮਾਂ ਪਤਾ ਨਹੀਂ ਲੱਗਿਆ ਗੱਲਬਾਤ ਕਰਦੇ ਹੋਏ। ਹਾਂਜੀ ਇੱਕੋ ਹੀ ਗੱਲ ਇੱਕੋ ਹੀ ਗੱਲ ਐਡ ਕਰਨੀ ਹੈ ਕਿ ਅਗਰ ਤੁਸੀਂ ਬਿਮਾਰ ਹੋ ਤਾਂ ਡਾਕਟਰ ਦੀ ਕੰਸਲਟੇਸ਼ਨ ਤੋਂ ਬਗੈਰ ਕੋਈ ਦਵਾਈ ਨਹੀਂ ਲੈਣੀ। ਅਗਰ ਤੁਸੀਂ ਠੀਕ ਹੋ, ਜੋ ਤੁਹਾਡੀ ਬਾਡੀ ਐਕਸੈਪਟ ਕਰਦੀ ਹੈ, ਆਰਾਮ ਨਾਲ ਘਰ ਬੈਠ ਕੇ ਖਾਓ, ਕੋਈ ਵਾਧੂ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਮੈਂ ਇਹੀ ਗੱਲ ਕਰਨਾ ਚਾਹੁੰਦਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ, ਬੇਦੀ ਸਾਹਿਬ ਤੁਹਾਡਾ ਵੀ ਔਰ ਮੁਲਤਾਨੀ ਸਾਹਿਬ ਤੁਹਾਡਾ ਵੀ ਸ਼ੁਕਰੀਆ, ਔਰ ਮਨਮੋਹਨ ਜੀ ਵੀ ਜੁੜੇ ਹੋਏ ਸੀ ਸਾਡੇ ਨਾਲ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਫਿਲਹਾਲ ਪਗਦੇ ਮਸਲੇ ਦੇ ਵਿੱਚ ਇੰਨਾ ਹੀ। ਸੋ ਮਸਲਾ ਇਹੀ ਸੀਗਾ ਕੋਰੋਨਾ ਨੂੰ ਅਸੀਂ ਕਿਸ ਤਰ੍ਹਾਂ ਦੇ ਨਾਲ ਲੈ ਰਹੇ ਹਾਂ, ਔਰ ਖੁਦ ਆਪਣੇ ਡਾਕਟਰ ਨਾ ਬਣੀਏ, ਸਲਾਹ ਤੋਂ ਬਿਨਾ ਨਾ ਚੱਲੀਏ। ਫਿਲਹਾਲ ਦੀ ਇਜਾਜ਼ਤ, ਧੰਨਵਾਦ।